ਅੱਜ ਹਾਈ ਕੋर्टां इस जी हैगी है प्रैस कानफ्रेंस में लाइव वेख रही है, सरकार लाइव वेख रही है, ईवन सेंटर सरकार लाइव वेख रही, क्योंकि जोड़े खुलासे होने हैं बड़िया वड्डियां दी कुर्सियां हिलनियां। इस तो वड्डा एक्सपोजर अज तक मेरे को नहीं होया, तो उम्मीद नहीं करता कि शायद कहाँ तो भी होऊगा। जोड़े नाम इन्होंने लए सीगे कुछ भी सेंटर सरकार के वड्डे वड्डे अफसरां दे, उन्हां दे विच एक अफसर का भी नाम आऊगा। उस तो पहला आपां शुरुआत करदा कि मैं इस चीज़ की अज लोड़ क्यों पई। असी 18 दसंबर ਨੂੰ एक सिख सभा ਜਿਹੜੇ ਹੈਗੇ ਗੁਰਦੁਆਰਾ ਸਾਹਿਬ एक ਅਨਾਉਂਸਮੈਂਟ ਕੀਤੀ ਸੀ ਡਰੱਗ ਦੇ ਲਿਫਾਫਿਆਂ ਬਾਰੇ ਵੀ ਪਿਛਲੇ 5 ਸਾਲਾਂ ਤੋਂ ਜਿਹੜੇ ਇਹ ਸੀਲ ਪਏ ਆ। ਕੁਝ ਕਰੈਕਸ਼ਨ ਕਰਦੇ ਆ, ਮੈਂ ਪ੍ਰਦੀਪ ਜੀ ਨੇ ਕੁਝ ਫਿਗਰਸ ਕਹੀਆਂ ਸੀ, ਉਹਨੂੰ ਮੈਂ ਥੋੜਾ ਜਿਹਾ ਕਰੈਕਟ ਕਰਦੇ ਆ। NCB ਨੇ ਜਿਹੜੀ ਫਿਗਰ ਦਿੱਤੀ ਹੈ ਉਹ 40,000 ਕਰੋੜ ਰੁਪਏ ਦੇ ਡਰੱਗ ਵਪਾਰ ਦੀ ਹੈ, ਨਾ ਕਿ 20,000 ਦੀ। तो 13 ਤੋਂ ਜਿਹੜੀ ਇਹ ਰਿਟ ਹੈ ਇਹ ਪੈਂਡਿੰਗ ਹੈ। ਨਮਕਿਨ ਸਿੰਘ ਹੋਰਾਂ ਨੇ ਪਾਈ ਸੀ PIL। ਇਹਦੇ ਤੇ ਜਿਹੜੀ ਕਾਰਵਾਈ ਸਟਾਰਟ ਹੋਈ ਸੀ ਉਹ ਹੋਈ ਮੇਨਲੀ 17 ਤੋਂ, ਜਦੋਂ ਸਰਕਾਰ ਚੇਂਜ ਹੋਈ। ਸਰਕਾਰ ਚੇਂਜ ਹੋਣ ਤੋਂ ਬਾਅਦ STF ਦਾ ਚੀਫ ਜਿਹੜਾ ਹੈਗਾ ਇਹ ਇੱਥੇ ਹਰਪ੍ਰੀਤ ਸਿੰਘ ਸਿੱਧੂ ਨੂੰ ਲਗਾ ਬੈਠੇ। ਮੈਂ ਇਹ ਨਹੀਂ ਕਹਿੰਦਾ ਕਿ ਲਾਇਆ, ਲਗਾ ਬੈਠੇ। ਦੋ ਚੀਜ਼ਾਂ ਪੈਰਲਲ ਚੱਲਦੀਆਂ। ਸੁਰੇਸ਼ ਅਰੋੜਾ ਜਿਹੜੇ ਹੈਗੇ ਆ ਸੈਣੀ ਸਾਹਿਬ ਜਦੋਂ ਬਦਲ ਜਾਂਦੇ ਆ ਬੇਅਦਬੀਆਂ ਦੇ ਕਾਂਡ ਦੇ ਵਿੱਚ, ਤਾਂ ਉਦੋਂ ਸੁਰੇਸ਼ ਅਰੋੜਾ ਨੂੰ ਲਾਇਆ ਜਾਂਦਾ ਹੈ DGP ਜਿਹੜਾ ਹੈਗਾ ਪੰਜਾਬ ਦਾ, ਜਿਹੜਾ ਕਿ 19 ਤੱਕ ਰਿਹਾ। ਉਦੋਂ ਬਾਅਦ 2 ਸਾਲ ਪਹਿਲਾਂ ਅਕਾਲੀਆਂ ਦੀ ਸਰਕਾਰ ਵਿੱਚ ਤੇ ਫਿਰ 2 ਸਾਲ ਤਕਰੀਬਨ ਕਾਂਗਰਸ ਦੀ ਸਰਕਾਰ ਵਿੱਚ। ਖੇਡ ਦੇਖੋ ਤੁਸੀਂ ਕਿੱਡੀ ਵੱਡੀ ਹੈ, ਕਿੱਥੇ ਸਾਰੀ ਗੇਮ ਚੱਲਦੀ, ਸਾਰੀ ਡਿਟੇਲ ਦੇਵਾਂਗਾ ਅੱਜ ਮੈਂ ਤੁਹਾਨੂੰ, ਕਿਉਂਕਿ ਸ਼ਾਇਦ ਦੁਬਾਰਾ ਇਹੋ ਜਿਹੀਆਂ ਚੀਜ਼ਾਂ ਦਾ ਮੌਕਾ ਨਹੀਂ ਮਿਲਦਾ। ਤੋ ਜਦੋਂ STF ਦੇ ਜਿਹੜੇ ਹਰਪ੍ਰੀਤ ਸਿੱਧੂ ਹੈ ਇਹਨਾਂ ਨੇ ਡਰੱਗ ਦੇ ਉੱਤੇ ਆਪਣਾ ਕੰਮ ਸ਼ੁਰੂ ਕੀਤਾ, ਤਾਂ ਉਹਦੇ ਵਿੱਚ ਪਹਿਲੇ ਹੀ ਜਿਹੜਾ ਝਟਕੇ ਦੇ ਵਿੱਚ ਜਦੋਂ ਇੰਦਰਜੀਤ ਇੰਸਪੈਕਟਰ ਨੂੰ ਫੜਿਆ ਗਿਆ, ਜਿਹੜਾ ਹੁਣ ਵੀ ਜੇਲ੍ਹ ਵਿੱਚ ਹੈ। ਅੱਜ ਤੱਕ ਇੱਕ ਇੰਸਪੈਕਟਰ ਜੇਲ੍ਹ 'ਚ ਗਿਆ ਡਰੱਗ ਵਿੱਚ, ਹੋਰ ਕੋਈ ਨਥਿੰਗ। ਬਾਕੀ ਸਾਰੀ ਦੀ ਸਾਰੀ ਚੇਨ ਮੌਜਾਂ ਕਰਦੀ ਹੈ। ਅੱਜ ਦੀ ਤਾਂ DGP ਲੱਗੇ, SSP ਲੱਗੇ ਹੋਏ ਆ, ਇੱਕ ਇੰਸਪੈਕਟਰ ਹੈ ਜਿਹੜਾ ਮੈਂ ਅੱਜ ਕਹਿੰਦਾ ਕਿ ਅੱਜ ਦੇ ਇਨਕਸ਼ਾਫ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਉਹਨੂੰ ਖਤਰਾ ਹੋਊਗਾ, ਉਹਨੂੰ ਜੇਲ੍ਹ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਜਾਊਗੀ, ਕਿਉਂਕਿ ਉਹਨੂੰ ਦਬਾਇਆ ਤਾਂ ਗਿਆ ਸੀ, ਜ਼ੁਬਾਨ ਤਾਂ ਉਹਦੀ ਬੰਦ ਕਰ ਦਿੱਤੀ ਗਈ ਸੀ, ਪਰ ਜਿਹੜੀ ਉਹਦੀ ਆਵਾਜ਼ ਨੂੰ ਅਸੀਂ ਅੱਜ ਬਾਹਰ ਕੱਢ ਰਹੇ ਹਾਂ। ਇਹ ਜੇ ਦੁਬਾਰਾ ਉਸ ਬੰਦੇ ਨੂੰ ਬਾਹਰ ਕੱਢ ਕੇ ਲਿਆਇਆ ਨਾ ਗਿਆ, ਜਾਂ ਮਤਲਬ ਉਹਨੂੰ ਕਿਤੇ ਪਬਲਿਕ ਦੇ ਵਿੱਚ ਲੈ ਕੇ ਆਉਣ, ਜੇ ਇਹਨਾਂ 'ਚ ਕੋਈ ਜ਼ਰੂਰਤ ਹੈਗੀ ਤਾਂ ਦੱਸੂਗਾ ਕਿ ਕੀ ਕੁਛ ਕੌਣ ਅਫਸਰ ਕਰਦੇ ਰਹੇ ਹੈ। ਤਾਂ ਉਹਨੂੰ ਜਿੰਦਾ ਇਹਨਾਂ ਨੇ ਇਸ ਕਰਕੇ ਰੱਖਿਆ ਹੋਇਆ ਸੀ ਵੀ ਚਲੋ ਉਹ ਚੁੱਪ ਸੀਗਾ, ਪਰ ਅਸੀਂ ਉਹਦੀ ਆਵਾਜ਼ ਅੱਜ ਬਣ ਰਹੇ ਹਾਂ। ਤਾਂ ਸਟਾਰਟ ਗੱਲ ਹੁੰਦੀ ਹੈ ਉਸ ਤੋਂ, ਜਦੋਂ ਇਹ ਕੇਸ ਜਿਹੜਾ ਹੁੰਦਾ ਖੁੱਲ੍ਹ ਜਾਂਦਾ, ਇੰਦਰਜੀਤ ਨੂੰ ਫੜ ਲਿਆ ਜਾਂਦਾ। ਇੰਦਰਜੀਤ ਤੋਂ ਬਾਅਦ ਫਿਰ ਰਾਜਜੀਤ ਹੋਰਾਂ ਦਾ SSP ਦਾ ਨਾਮ ਆਉਂਦਾ, ਫਿਰ ਅੱਗੇ ਚੇਨ ਖੁੱਲ੍ਹਦੀ ਹੈ ਜਦੋਂ, ਤੇ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਜਿਹੜੀ ਚੇਨ ਸਾਹਮਣੇ ਨਹੀਂ ਆਈ ਹੋਈ, ਅੱਜ ਮੈਂ ਉਹਦਾ ਨਾਮ ਨਹੀਂ ਲਊਂਗਾ ਕਿਉਂਕਿ ਫਿਰ ਖਲਾਰਾ ਬਹੁਤ ਵੱਡਾ ਹੋਰ ਹੋ ਜਾਣਾ। ਆਪਾਂ ਪਹਿਲਾਂ ਇਸੇ ਤੇ ਗੱਲ ਕਰ ਲਈਏ। ਉਸ ਚੀਜ਼ ਨੂੰ ਸੰਭਾਲਿਆ ਗਿਆ। DGP ਜਿਹੜਾ ਹੈ ਸੁਰੇਸ਼ ਅਰੋੜੇ ਵੱਲੋਂ ਪ੍ਰੈਸ਼ਰ ਪਾਇਆ ਗਿਆ ਕੈਪਟਨ ਅਮਰਿੰਦਰ ਤੇ। ਇਹ ਅੱਜ ਦੀ ਜਿਹੜੀ ਕਨਕਲੂਜਨ ਦੇ ਵਿੱਚ ਸਭ ਤੋਂ ਵੱਡਾ ਦੋਸ਼ੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧ ਹੋਣਾ, ਕਿਉਂਕਿ ਅਫਸਰ ਤਾਂ ਇਵੇਂ ਕਰਦੇ, ਦੱਸ ਕੇ ਹਟੇ ਇਹਨਾਂ ਦੇ ਅਫਸਰਾਂ ਦੇ ਰੋਲ ਕੀ ਹੁੰਦੇ ਆ। ਅਫਸਰਾਂ ਨੇ ਹੀ ਇਸ ਤਰੀਕੇ ਨਾਲ ਲੁੱਟਿਆ ਹੋਇਆ। ਤਾਂ ਸੁਰੇਸ਼ ਅਰੋੜੇ ਦੇ ਕਹਿਣ ਤੇ ਪ੍ਰੈਸ਼ਰ ਪਾਇਆ ਗਿਆ, ਇੱਕ ਗਰੁੱਪ ਨੂੰ ਤਾਂ ਬਚਾ ਲਿਆ ਗਿਆ, ਉਹਨੂੰ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ। ਉਸ ਤੋਂ ਕੁਛ ਇਨਫੋਰਮੇਸ਼ਨ ਇਕੱਠੀ ਕਰਕੇ ਫਿਰ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਹੈਗੇ ਆ ਜਦੋਂ ਪਿੱਛੇ ਨਹੀਂ ਹਟੇ ਵੀ ਜੋ ਮੈਂ ਕਰ ਚੁੱਕਿਆ ਇਹਦੋਂ ਮੈਂ ਪਿੱਛੇ ਨਹੀਂ ਹਟਣਾ। ਫਿਰ ਉਸ ਤੋਂ ਬਾਅਦ ਫਿਰ ਖੇਡਾਂ ਸਟਾਰਟ ਹੋਈਆਂ। ਫਿਰ ਰਾਜਜੀਤ ਸਿੰਘ ਨੂੰ ਜਿਹੜਾ ਹੈਗਾ ਇਹਨਾਂ ਨੇ ਸਲਾਹ ਦਿੱਤੀ, ਅਫਸਰਾਂ ਨੇ ਹੁਕਮ ਦਿੱਤਾ, ਸਲਾਹਕਾਰੀ ਹੁੰਦੀ ਅਫਸਰਾਂ ਦੀ, ਤੂੰ ਹੁਣ ਹਾਈ ਕੋਰਟ ਚੱਲ। ਹਾਈ ਕੋਰਟ ਜਿਹੜੀ ਹੈਗੀ ਹੈ ਪਹਿਲਾਂ ਹੀ ਇਹਨਾਂ ਦੇ ਨੈਕਸਸ ਦੇ ਵਿੱਚ ਸ਼ੁਰੂ ਤੋਂ ਹੀ ਰਹੀ ਹੈ, ਪਰ ਐਕਸਪੋਜ਼ ਹੁਣ ਹੋਈ ਹੈ। ਉਹਨੇ ਜਾ ਕੇ ਹਾਈ ਕੋਰਟ ਵਿੱਚ ਰਿਟ ਕਰ ਦਿੱਤੀ ਕਿ ਜਿਹੜਾ ਹਰਪ੍ਰੀਤ ਸਿੰਘ ਸਿੱਧੂ ਜਿਹੜਾ ਹੈਗੇ ਮੇਰੇ ਨਾਲ ਤਾਂ ਨਜਾਇਜ਼ ਧੱਕਾ ਕਰ ਰਿਹਾ, ਇਹ ਮੇਰਾ ਜਿਹੜਾ ਅਫਸਰ ਬਦਲਿਆ ਜਾਵੇ, ਇਨਕੁਆਰੀ ਬਦਲੀ ਜਾਵੇ ਜਾਂ ਕੁਛ ਹੋਰ ਕੀਤਾ ਜਾਵੇ। ਉਦੋਂ ਉੱਥੇ ਜਸਟਿਸ ਸੀਗੇ ਸੂਰਿਆਕਾਂਤ, ਜਿਹੜੇ ਕਿ ਅੱਜ ਸੁਪਰੀਮ ਕੋਰਟ ਦੇ ਜੱਜ ਹੈਗੇ ਆ। ਤੇ ਕਿੰਨੀ ਵਧੀਆ ਖੇਡ ਸਟਾਰਟ ਹੁੰਦੀ ਹੈ, ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਸੂਰਿਆਕਾਂਤ ਨੇ ਇੱਕ ਸਿੱਟ ਬਣਾ ਦਿੱਤੀ ਉਹਦੀ ਐਪਲੀਕੇਸ਼ਨ ਤੇ, ਰਾਜੀ ਦੀ ਤੇ। ਪਹਿਲਾਂ ਵੀ ਸਿਓਮੋਟੋ ਦੇ ਕੇਸ ਚੱਲ ਰਿਹਾ ਸੀ, ਕੁਛ ਹੋਰ ਰੀਜ਼ਨ ਸੀ, ਉਹਦੇ ਵਿੱਚ ਇਹਨੂੰ ਵੀ ਐਡ ਕਰਕੇ ਜਿਹੜੀ ਇਹਨੂੰ ਸਿੱਟ ਬਣਾ ਦਿੱਤੀ ਕਿ ਸਿਧਾਰਥ ਚੱਟੋਪਾਧਿਆਏ ਨੂੰ ਇਹਦਾ ਬਣਾ ਦਿੱਤਾ ਗਿਆ ਚੇਅਰਮੈਨ। ਕੁੰਵਰ ਵਿਜੇ ਪ੍ਰਤਾਪ ਜਿਹੜਾ ਅੱਜ ਕੱਲ੍ਹ ਬਹੁਤ ਵੱਡਾ ਲੀਡਰ ਬਣ ਕੇ ਤੇ ਇਮਾਨਦਾਰ ਹੋਣ ਦੇ ਦਾਅਵੇ ਕਰਦਾ, ਉਹਦੇ ਵੀ ਬਾਰੇ ਮੈਂ ਸੱਚ ਦੱਸਦਾ ਵੀ ਉਹ ਕੀ ਹੈਗਾ। ਇੱਕ ਡਾਕਟਰ ਪ੍ਰਬੋਧ ਕੁਮਾਰ ਜਿਹੜੇ ਹੈਗੇ, 3 ਅਫਸਰਾਂ ਦੀ ਜਿਹੜੀ ਹੈਗੀ ਇਹ ਬਣਾ ਦਿੱਤੀ ਗਈ ਸੈੱਟ ਵੀ ਇਹਦੇ ਡਰੱਗ ਕੇਸ ਨੂੰ ਜਿਹੜਾ ਤੁਸੀਂ ਮੋਨੀਟਰ ਕਰੋ ਹਾਈ ਕੋਰਟ ਦੇ ਵੱਲੋਂ, ਪੁਲਿਸ ਵੱਲੋਂ ਨਹੀਂ, ਹਾਈ ਕੋਰਟ ਵੱਲੋਂ। ਹਾਲਾਂਕਿ ਪਤਾ ਹੀ ਸੀਗਾ ਮੋਨੀਟਰ ਦਾ ਪਿੱਛੇ ਕੌਣ ਕਰਵਾ ਰਿਹਾ। ਉਦੋਂ ਸੂਰਿਆਕਾਂਤ ਹੋਰਾਂ ਨੂੰ ਵੀ ਕੋਈ ਇੰਟਰਸਟ ਵੱਖਰੇ ਹੋਣਗੇ, ਤਾਂ ਉਹ ਜਿਹੜੀ ਹੈਗੀ ਹੈ ਸਿੱਟ ਬਣ ਗਈ। ਸਿੱਟ ਬਣ ਕੇ ਤਫਤੀਸ਼ ਸ਼ੁਰੂ ਹੋ ਗਈ। ਜਦੋਂ ਤਫਤੀਸ਼ ਸ਼ੁਰੂ ਹੁੰਦੀ ਹੈ ਤੇ ਜਦੋਂ 3 ਰਿਪੋਰਟਾਂ ਪਹਿਲਾਂ ਆਉਂਦੀਆਂ ਜਿਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਤੇ ਜਿਹੜੇ ਹੈਗੇ ਆ ਡਾਕਟਰ ਪ੍ਰਬੋਧ ਕੁਮਾਰ ਸਾਈਨ ਕਰਦੇ ਆ 3 ਰਿਪੋਰਟਾਂ ਦੇ 4 ਦੇ ਵਿੱਚੋਂ। ਚੌਥੀ ਤੇ ਤਾਂ ਫਿਰ ਇਹਨਾਂ ਦੀ ਹਿੰਮਤ ਨਹੀਂ ਪਈ, ਚੌਥੀ ਤੇ ਉਹ ਨਾਮ ਆ ਗਏ ਜਿਹੜੇ ਮੈਂ ਹੁਣ ਇਹ ਤੋਂ ਬਾਅਦ ਦੱਸੂਗਾ। ਤਾਂ ਜਦੋਂ ਉੱਥੋਂ ਤੱਕ ਚੱਲੀਆਂ ਗੱਲਾਂ, ਪਤਾ ਲੱਗਣ ਲੱਗਿਆ ਸੂਰਿਆਕਾਂਤ ਹੋਰਾਂ ਤੇ ਵੀ ਪ੍ਰੈਸ਼ਰ ਪੈਣ ਲੱਗ ਗਏ, DGP ਅਰੋੜੇ ਦਾ ਪ੍ਰੈਸ਼ਰ ਪਿਆ ਕੈਪਟਨ ਅਮਰਿੰਦਰ ਸਿੰਘ ਤੇ। ਕੈਪਟਨ ਅਮਰਿੰਦਰ ਸਿੰਘ ਨੇ ਮਿਹਨਤ ਕੀਤੀ ਜਾਂ ਬਾਹ ਮਰੋੜੀ ਸੂਰਿਆਕਾਂਤ ਦੀ, ਫਿਰ ਸੂਰਿਆਕਾਂਤ ਹੋਰਾਂ ਦੇ ਤੇਵਰ ਬਦਲ ਗਏ। ਫਿਰ ਉਸੇ
ਜਿਹੜੇ ਹੈਗੇ ਆ ਚੱਟੋਪਾਧਿਆ ਉਹਨਾਂ ਦੇ ਉੱਪਰ ਇੱਕ ਚੀਫ ਖਾਲਸਾ ਦੀਵਾਨ ਵਾਲਿਆਂ ਦੇ ਜਿਹੜੇ ਇੱਕ ਕਾਂਡ ਹੋਇਆ ਸੀ, ਸਭ ਨੂੰ ਪਤਾ ਹੈ, ਜੀ ਚੱਡੇ ਨੇ ਜਿਹੜੇ ਮਤਲਬ ਜਿਹਦੇ ਲੜਕੇ ਨੇ ਗੋਲੀ ਮਾਰ ਕੇ ਆਪਣੇ ਆਪ ਨੂੰ ਆਤਮ ਹੱਤਿਆ ਕਰ ਲਈ ਸੀ, ਉਹ ਜਿਹੜਾ ਕੇਸ ਹੈ ਉਹਦੇ ਵਿੱਚ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਗਈ ਸਿਧਾਰਥ ਚੱਟੋਪਾਧਿਆ ਨੂੰ, ਵੀ ਇਹ ਜਿਹੜਾ ਇਨਕੁਆਇਰੀ ਜਿਹੜੀ ਹੈਗੀ ਇਹਨੂੰ ਮਤਲਬ ਦਬਾਇਆ ਜਾ ਸਕੇ। ਉਸ ਟਾਈਮ ਫਿਰ ਉਹ ਸਿਧਾਰਥ ਚੱਟੋਪਾਧਿਆ ਨੇ ਇੱਕ ਰਿਟ ਪਾਈ ਵੀ ਮੇਰੇ ਖਿਲਾਫ ਜਿਹੜੀ ਆ ਇਹ ਸਾਜ਼ਿਸ਼ ਰਚੀ ਜਾ ਰਹੀ ਹੈ। ਇਸੇ ਸੂਰਿਆਕਾਂਤ ਨੇ ਉਸ ਜਿਹੜੀ ਹੈਗੀ ਆ ਉਹਨੂੰ ਸਟੇ ਕੀਤਾ, ਤੇ ਉਦੋਂ ਤੱਕ ਕਿਉਂਕਿ ਫਿਰ ਜਾਦੂ ਚੱਲ ਗਿਆ ਸੀ ਸਰਕਾਰ ਦਾ, ਫਿਰ ਇਹਨਾਂ ਨੂੰ ਕਾਹਲੀ ਪੈ ਗਈ, ਫਿਰ ਇਹਨਾਂ ਨੇ ਉਹਨਾਂ ਨੂੰ ਪ੍ਰੈਸ਼ਰ ਪਾਉਣਾ ਸ਼ੁਰੂ ਕੀਤਾ ਚੱਟੋਪਾਧਿਆ ਨੂੰ ਵੀ ਆਪਣੀ ਰਿਪੋਰਟ ਜਲਦੀ ਦਿੱਤੀ ਜਾਵੇ। ਇਹ ਕੋਈ ਪੰਜਵੇਂ ਕੁ ਮਹੀਨੇ ਦੀਆਂ ਗੱਲਾਂ ਹੈ, ਸਾਰੇ ਆਰਡਰ ਜਿਹੜੇ ਹੈਗੇ ਸਾਰੇ ਅਸੀਂ ਪੜ੍ਹੇ ਹੋਏ ਆ ਵੀ ਇਹਨੂੰ ਜਲਦੀ ਨਿਬੇੜੋ। ਉਸ ਤੋਂ ਬਾਅਦ ਫਿਰ ਜਿਹੜੀ ਦੂਸਰੀ ਸੈਕਿੰਡ ਰਿਪੋਰਟ ਆਈ, ਫਿਰ ਥਰਡ ਰਿਪੋਰਟ ਆਈ, ਲਾਸਟ 'ਤੇ ਆ ਕੇ ਤਾਂ ਇਹਨਾਂ ਨੇ ਉਹਨਾਂ ਨੂੰ ਦਬਕੇ ਹੀ ਮਾਰੇ ਵੀ ਤੁਸੀਂ ਇਹਨੂੰ ਲੰਬਾ ਹੋਰ ਨਹੀਂ ਲਿਜਾ ਸਕਦੇ, ਸਾਨੂੰ ਮਤਲਬ ਇਹਦੀ ਬਹੁਤ ਜਲਦੀ ਤੁਸੀਂ ਜਲਦੀ ਤੋਂ ਜਲਦੀ ਇਹਨੂੰ ਕਨਕਲੂਡ ਕਰੋ। ਤਾਂ ਉਸ ਟਾਈਮ ਫਿਰ ਉਹ ਜਿਹੜੀ ਲਾਸਟ ਸੀਗੀ ਰਿਪੋਰਟ, ਜਿਹਦੇ ਪਿੱਛੇ ਹੁਣ ਸਭ ਤੋਂ ਵੱਡਾ ਪ੍ਰੋਬਲਮ ਆਈ ਹੋਈ, ਤਾਂ ਜਿਹਦੇ ਬਾਰੇ ਅੱਜ ਆਪਾਂ ਗੱਲ ਕਰਨੀ ਹੈ, ਜਦੋਂ ਉਹ ਨਾਮ ਲਿਖ ਕੇ ਲੈ ਕੇ ਉਹਨਾਂ ਨੇ ਸਬਮਿਟ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜਿਹੜੇ ਨਾਲ ਦੇ ਮੈਂਬਰ ਸੀ ਕੁੰਵਰ ਵਿਜੇ ਪ੍ਰਤਾਪ ਤੇ ਪ੍ਰਮੋਦ ਕੁਮਾਰ, ਇਹਨਾਂ ਨੇ ਉੱਥੇ ਸਾਈਨ ਕਰਨ ਤੋਂ ਇਨਕਾਰ ਕੀਤਾ, ਕਿਉਂਕਿ ਨਾਮ ਜਿਹੜੇ ਸੀਗੇ ਉਹ ਐਡੇ ਵੱਡੇ ਸੀ ਤੇ ਮਾਲਕਾਂ ਦੇ ਸੀਗੇ, ਤੇ ਫਿਰ ਇਹਨਾਂ ਦੀ ਕਿਵੇਂ ਹਿੰਮਤ ਪੈ ਸਕਦੀ ਹੈ। ਇਹ ਅੱਜ ਬਣੇ ਫਿਰਦੇ ਆ, ਪਹਿਲਾਂ ਬਹੁਤ ਸੈਕਰੀਫਾਈਸ ਕਰਕੇ ਆਈਜੀਸ਼ਿਪ ਛੱਡ ਕੇ ਆਪਣੇ ਆਪ ਨੂੰ ਬਹੁਤ ਵੱਡਾ ਸ਼ਹੀਦ ਬਣਨ ਦੀ ਕੋਸ਼ਿਸ਼ ਕੀਤੀ, ਫਿਰ ਲੋਕਾਂ ਨੇ ਐਮਐਲਏ ਬਣਾ ਦਿੱਤਾ, ਤੇ ਅੱਜ ਸਾਲ ਦੇ ਨੇੜੇ ਹੋਣ ਲੱਗਿਆ। ਇਸ ਬੰਦੇ ਦੀ ਪ੍ਰਾਪਤੀ ਵੇਖ ਲਓ ਕੀ ਹੈਗੀ ਹੈ ਤੇ ਕੀ ਕਰਦਾ ਫਿਰਦਾ, ਕੀ ਇਹਨੇ ਅੱਜ ਤੱਕ ਮਤਲਬ ਸਰਕਾਰ ਦੇ ਖਿਲਾਫ ਬੋਲਿਆ, ਜੋ ਹਾਲਾਤ ਹੁਣ ਬਣੇ ਹੋਏ ਆ ਉਹ ਇੱਕ ਅਲੱਗ ਪਾਰਟ ਹੈ। ਮੈਂ ਪਹਿਲਾਂ ਇੱਥੇ ਆਵਾਂ, ਇਹਨਾਂ ਨੇ ਸਾਈਨ ਨਹੀਂ ਕੀਤੇ, ਇਹਨਾਂ ਦੀ ਕਾਇਰਤਾ ਵੇਖੋ, ਇਹਨਾਂ ਦੀ ਬੁੱਝਦਲੀ ਵੇਖੋ, ਠੀਕ ਹੈ, ਜਿਹੜੇ ਆਪਣੇ ਆਪ ਨੂੰ ਕਲੇਮ ਕਰਦੇ ਕਿ ਅਸੀਂ ਬਹੁਤ ਵੱਡੇ ਹੈਗੇ ਆ, ਇਹਨਾਂ ਨੇ ਤੇ ਸਾਈਨ ਨਹੀਂ ਕੀਤੇ। ਉਹ ਇਕੱਲੇ ਸਾਈਨਾਂ ਨਾਲ ਜਿਹੜੀ ਹੈਗੀ ਰਿਪੋਰਟ ਸਬਮਿਟ ਜਿਹੜੀ ਹੈਗੀ ਹੈ ਉਹ ਹੋ ਗਈ। ਉਹਦੇ ਵਿੱਚ ਜਦੋਂ ਨਾਮ ਆ ਗਏ ਤਾਂ ਫਿਰ ਉਹਨਾਂ ਦੇ ਤਾਂ ਜਿਹੜੇ ਸੂਰਿਆਕਾਂਤ ਸੀ ਉਹਨਾਂ ਦੀ ਤਾਂ ਲਾਟਰੀ ਲੱਗ ਗਈ, ਕਿਉਂਕਿ ਰਿਪੋਰਟ ਉਹਨਾਂ ਕੋਲ ਆ ਗਈ, ਤੇ ਹੁਣ ਉਹਨਾਂ ਨੇ ਉਸ ਤੋਂ ਬਾਅਦ ਅਗਲੀ ਕਾਰਵਾਈ ਕਰਨੀ ਸੀ। ਫਿਰ ਗੇਮ ਸ਼ੁਰੂ ਹੁੰਦੀ ਹੈ ਸੂਰਿਆਕਾਂਤ ਹੋਰਾਂ ਦੀ, ਕੀ ਹਾਲਾਤ ਹੋਏ। ਉਸ ਤੋਂ ਬਾਅਦ 2 ਜਾਂ 3 ਡੇਟਾਂ ਉਹਨਾਂ ਕੋਲ ਪਈਆਂ, ਜਿਹੜਾ ਜਲਦੀ ਕਰ ਰਿਹਾ ਸੀ ਕਿ ਜਲਦੀ ਤੋਂ ਜਲਦੀ ਜਿਹੜੀ ਹੈਗੀ ਹੈ ਰਿਪੋਰਟ ਜਿਹੜੀ ਮੇਰੇ ਪੇਸ਼ ਕੀਤੀ ਜਾਵੇ ਚੱਟੋਪਾਧਿਆ ਨੂੰ, ਉਹਨੇ ਉਹ 2 ਰਿਪੋਰਟਾਂ ਡੇਟਾਂ ਤੇ ਰਿਪੋਰਟਾਂ ਨਹੀਂ ਖੋਲੀਆਂ। ਉਹਦੇ ਵਿੱਚ ਗੇਮ ਕੀ ਚੱਲੀ, ਗੇਮ ਸਰਕਾਰ ਦੇ ਨਾਲ ਸੌਦੇਬਾਜ਼ੀ ਚੱਲ ਰਹੀ ਸੀ। ਆਊਟ ਆਫ ਟਰਨ ਅਕਤੂਬਰ ਦੀ 5 ਤਰੀਕ ਨੂੰ ਉਹਨੂੰ ਚੀਫ ਜਸਟਿਸ ਬਣਾਇਆ ਗਿਆ ਇੱਥੋਂ, ਉਸ ਏਵਜ ਦੇ ਵਿੱਚ ਵੀ ਤੂੰ ਚੁੱਪ ਕਰ, ਇਹਨੂੰ ਬੰਦ ਰਹਿਣ ਦੇ, ਤੇ ਉਹਨੂੰ ਚੀਫ ਜਸਟਿਸ ਆ, ਉਹਦਾ ਕੋਈ ਵਾਰੀ ਨਹੀਂ ਸੀ, ਕੁਝ ਨਹੀਂ ਸੀ, ਚੀਫ ਜਸਟਿਸ ਬਣਾ ਕੇ ਇਹਨੂੰ ਇੱਥੋਂ ਪੰਜਾਬ ਸਟੇਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ, ਤੇ ਰਿਪੋਰਟਾਂ ਜਿਹੜੀਆਂ ਹੈਗੀਆਂ ਰੋਲਣ ਵਾਸਤੇ ਅੱਗੇ ਛੱਡ ਦਿੱਤੀਆਂ ਗਈਆਂ। ਇਹ ਮੈਂ ਸੂਰਿਆਕਾਂਤ ਦੀ ਗੱਲ ਕਰ ਰਿਹਾ ਕਿ ਉਸਨੇ ਕਿਵੇਂ ਇੱਕ ਵੱਡੀ ਖੇਡ ਕੇ ਔਰ ਸਿਰਫ 7 ਮਹੀਨੇ ਚੀਫ ਜਸਟਿਸ ਰਹਿ ਕੇ ਉਹ ਹਿਮਾਚਲ ਦਾ 7 ਮਹੀਨਿਆਂ ਬਾਅਦ ਸੁਪਰੀਮ ਕੋਰਟ ਵਾਸਤੇ ਐਲੀਵੇਸ਼ਨ ਉਹਦੀ ਹੋ ਗਈ, ਸੁਪਰੀਮ ਕੋਰਟ ਦਾ ਜੱਜ ਬਣਿਆ। ਅੱਜ ਵੀ ਉਹ ਉਸ ਚੀਜ਼ ਨੂੰ ਭੋਗ ਰਿਹਾ। ਸਭ ਤੋਂ ਵੱਡਾ ਜਿਹੜਾ ਧੋਖਾਦੇਹੀ ਵੀ ਜਿਹੜੀ ਸਭ ਤੋਂ ਵੱਡਾ ਪਿੱਠ ਛੁਰਾ ਜਿਹੜਾ ਆਪਾਂ ਗਿਣਦੇ ਮਜੀਠੀ ਤੋਂ ਸਟਾਰਟ ਹੁੰਦਾ ਸੀ, ਮਜੀਠੀ ਹੋਰਾਂ ਦੇ ਰੋਲ ਤਾਂ ਹੁਣ ਛੋਟੇ ਹੁੰਦੇ ਜਾਂਦੇ ਆ, ਹੁਣ ਤਾਂ ਹੋਰ ਹੀ ਲੋਕ ਵੱਡੇ ਹੋ ਕੇ ਵਿੱਚ ਆਈ ਜਾਂਦੇ ਆ। ਤਾਂ ਉਹ ਸਭ ਤੋਂ ਵੱਡਾ ਜਿਹੜਾ ਇਹ ਸੂਰਿਆਕਾਂਤ ਜੀ ਜਿਹੜਾ ਅੱਜ ਵੀ ਹੁਣ ਮਜੀਠੀਏ ਦੀ ਜਿਹੜੀ ਜ਼ਮਾਨਤ ਹੈਗੀ ਸੀਗੀ, ਜਿਹੜਾ ਜਿਹਨੂੰ ਚੈਲੰਜ ਕੀਤਾ ਸਰਕਾਰ ਨੇ ਐਵੇਂ ਡਰਾਮੇਬਾਜ਼ੀ ਕਰਕੇ, ਨਹੀਂ ਤਾਂ ਜੇ ਕੈਂਸਲ ਕਰਾਉਣੀ ਹੁੰਦੀ ਤਾਂ ਇੱਥੇ ਕਰਵਾਈ ਜਾ ਸਕਦੀ ਸੀਗੀ। ਤਾਂ ਉਹ ਉੱਥੇ ਜਦੋਂ ਕੇਸ ਉਹ ਲੱਗਿਆ, ਉਹ ਕੇਸ ਲੱਗ ਗਿਆ ਜਾ ਕੇ ਸੂਰਿਆਕਾਂਤ ਦੇ। ਫਿਰ ਉਹ ਹੁਣ ਹੀ ਕੋਈ ਸ਼ਰਮ ਕਰ ਲੈਂਦਾ ਥੋੜ੍ਹੀ ਬਹੁਤ, ਤੈਨੂੰ ਤਾਂ ਸਾਰਾ ਕੁਝ ਪਤਾ ਸੀ, ਤੇਰੇ ਤਾਂ ਸਾਰਾ ਕੁਝ ਸੀਗਾ, ਤੈਨੂੰ ਤਾਂ ਰਿਪੋਰਟਾਂ ਬਾਰੇ ਵੀ ਪਤਾ। ਮੈਂ ਗੱਲ ਭੁੱਲ ਗਿਆ ਕਰਨੀ ਕਿ ਇਹਨੇ ਉਹ ਰਿਪੋਰਟਾਂ ਸਾਰੀਆਂ ਪੜ੍ਹੀਆਂ ਹੋਈਆਂ। ਅੱਗੇ ਵੀ ਇੱਕ ਗੱਲਬਾਤ 'ਚ ਕਿਹਾ ਸੀਗਾ, ਜਦੋਂ ਰਿਪੋਰਟਾਂ ਇਹਦੇ ਪੁੱਟਅਪ ਹੋਈਆਂ, ਰਿਪੋਰਟਾਂ ਨੂੰ ਓਪਨ ਕੀਤਾ ਗਿਆ, ਪੜ੍ਹਿਆ ਗਿਆ, ਉਹਦੇ 'ਤੇ ਡਾਇਰੈਕਸ਼ਨਸ ਦਿੱਤੀਆਂ ਗਈਆਂ, ਈਵਨ ਕੇਸ ਦਰਜ ਕਰਨ ਵਾਸਤੇ ਵੀ ਕਿਹਾ ਗਿਆ ਕਿ ਕੇਸ ਰਜਿਸਟਰ ਕੀਤਾ ਜਾਵੇ, ਜਿਹੜਾ ਕੇਸ ਬਾਅਦ ਵਿੱਚ 21 ਵਿੱਚ ਚੱਟੋਪਾਧਿਆ ਦੇ ਹੁਕਮ ਨਾਲ ਹੁੰਦਾ। ਇਹ ਉਦੋਂ ਕਿਹਾ ਗਿਆ ਵੀ ਕੇਸ ਰਜਿਸਟਰ ਕਰਨਾ ਬੰਦਾ ਇਸੇ ਸੂਰਿਆਕਾਂਤ ਵੱਲੋਂ, ਕਿਉਂਕਿ ਕੋਈ ਪੁੱਛਣ ਵਾਲਾ ਤਾਂ ਹੈ ਨਹੀਂਗਾ। ਉਹਦਾ ਕੀ ਹੋਇਆ, ਉਹਦੇ ਵਿੱਚ ਡੀਜੀਪੀ ਸੁਰੇਸ਼ ਅਰੋੜਾ ਤੇ ਉਦੋਂ ਦੇ ACS ਕਲਸੀ, ਉਹਨਾਂ ਦੇ ਐਫੀਡੇਵਿਟ ਆ ਗਏ ਵੀ ਕੇਸ ਰਜਿਸਟਰ ਕਰਨਾ ਨਹੀਂ ਬਣਦਾ। ਆਹ ਤਾਂ ਤੁਹਾਡੀਆਂ ਹਾਈ ਕੋਰਟ ਹੈ, ਆਹ ਤਾਂ ਤੁਹਾਡੇ ਹੁਕਮ ਹੈਗੇ ਆ, ਤੁਸੀਂ ਬੜੇ ਆਪਣੇ ਆਪ ਨੂੰ ਮਾਈ ਲੋਡ ਸਮਝਦੇ, ਸਰਕਾਰਾਂ ਤੁਹਾਨੂੰ ਟਿੱਚ ਜਾਣਦੀਆਂ। ਇਹ ਤੁਹਾਡੇ ਉਹ ਹੁਕਮ ਮੰਨਦੀਆਂ ਜਿਹੜੇ ਉਹਨਾਂ ਨੂੰ ਆਪ ਸੂਟ ਕਰਦੇ ਹੁੰਦੇ ਆ, ਬਾਕੀ ਦੇ ਹੁਕਮਾਂ ਨੂੰ ਕੋਈ ਉਹ ਨਹੀਂ ਹੁੰਦਾ। ਇਹਨਾਂ ਦੇ ਉਸ ਗੱਲ ਨੂੰ ਇਹਨਾਂ ਨੇ ਜਵਾਬ ਦਿੱਤਾ ਕਿ ਜਿਹੜਾ ਕੇਸ ਰਜਿਸਟਰ ਕਰਨਾ ਨਹੀਂ ਬਣਦਾ। ਉਹਦੇ ਐਫੀਡੇਵਿਟ ਕਿਹਦਾ, ਸੁਰੇਸ਼ ਅਰੋੜੇ ਦਾ, ਤੇ ਜਿਹੜੇ ਕਲਸੀ ਜਿਹੜੇ ਹੈਗੇ ਸੀ ACS ਹੋਮਸ, ਉਹਨਾਂ ਦਾ। ਉਹ ਕੇਸ ਉੱਥੇ ਹੀ ਦੱਬਿਆ ਗਿਆ। ਸੋ ਉਸ ਤੋਂ ਬਾਅਦ ਮੈਂ ਗੱਲ ਕਰ ਰਿਹਾ ਸੀ ਕਿ ਸੂਰਿਆਕਾਂਤ ਕੋਲ ਇੱਕ ਮੌਕਾ ਆਇਆ ਸੀ, ਪਰ ਕਿਉਂਕਿ ਹੁਣ ਵੀ ਤਾਂ ਉਹ ਸੁਪਰੀਮ ਕੋਰਟ ਦੇ ਜੱਜ ਨੇ, ਹੁਣ ਵੀ ਤਾਂ ਸੁਰੇਸ਼ ਅਰੋੜੇ ਹੋਰੀ ਜਿਹੜੇ ਹੈਗੇ ਆ, ਤੁਹਾਡੇ ਪੰਜਾਬ ਦੇ ਜਿਹੜੇ ਹੈਗੇ ਆ ਸੂਚਨਾ ਕਮਿਸ਼ਨ ਦੇ ਚੇਅਰਮੈਨ ਨੇ, ਹੁਣ ਵੀ ਦਿਨਕਰ ਗੁਪਤੇ ਹੋਰੀ NIA ਦੇ ਚੇਅਰਮੈਨ ਚੀਫ ਹੈਗੇ, ਜਿਨ੍ਹਾਂ ਦੀ ਜ਼ਿਕਰ ਕੀਤਾ ਸੀ ਹਿਮਾਂਸ਼ੂ ਕੁਮਾਰ ਜੀ ਨੇ ਵੀ NIA ਦਾ ਮਤਲਬ ਹੁੰਦਾ DGP ਆਫ ਇੰਡੀਆ, ਮੋਸਟ ਜਿਹੜਾ ਸਭ ਤੋਂ ਜਿਹੜਾ ਪਾਵਰਫੁਲ ਅਫੀਸਰ ਪੁਲਿਸ ਦਾ ਜੇ ਕੋਈ ਹੈਗਾ ਤਾਂ ਉਹ NIA ਦਾ ਚੀਫ ਹੈ। ਉਸ ਤੋਂ ਬਾਅਦ ਤਾਂ ਪ੍ਰਧਾਨ ਮੰਤਰੀ ਤੇ ਦੂਜੇ ਡੁਬਾਲ ਵਾਲੇ ਹੋਣਗੇ, ਜਿਹੜੇ ਸਲਾਹਕਾਰ ਹੋਣਗੇ। ਅਦਰਵਾਈਜ਼ ਅੱਜ ਦੀ ਡੇਟ ਵਿੱਚ ਜੇ ਮੋਸਟ ਕੌਪ ਦੇ ਵਿੱਚ ਆਉਂਦੇ ਤਾਂ ਉਹ ਹੈਗਾ NIA ਚੀਫ, ਉਹ ਹੈ ਦਿਨਕਰ ਗੁਪਤਾ, ਠੀਕ ਹੈ। ਜਿਹੜੇ ਕਿ ਉਸ ਸਮੇਂ ਦੇ 4 ਸਾਲ ਪਹਿਲਾਂ ਦੇ ਜੋ ਇੱਥੇ ਹਾਲਾਤ ਬਣੇ ਸੀ, ਪੂਰਾ ਰੌਲਾ ਪਿਆ ਸੀ, ਪ੍ਰੈਸ ਜਿਹੜੀ ਸੀਗੀ ਉਦੋਂ ਉਹਦੇ ਮੁਤਾਬਕ
ਰੌਲਾ ਪਾਇਆ ਗਿਆ ਸੀ ਪ੍ਰੈਸ ਦੇ। ਇੱਕ ਟ੍ਰਿਬਿਊਨ ਦੇ ਜਿਹੜੇ ਕੋਈ ਸੀਗੇ ਪ੍ਰੈਸ ਰਿਪੋਰਟਰ, ਉਹਨਾਂ ਨੂੰ ਵੀ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। ਦਿਨੇਸ਼ ਨਾਮ ਦੇ ਇੱਕ ਜਿਹੜੇ ਜੀ ਨਿਊਜ਼ ਦੇ ਸੀਗੇ, ਉਹਨਾਂ ਨੂੰ ਵੀ ਆਪਣੇ ਜਿਹੜੀ ਹੈਗੀ ਉਹਦੇ ਵਿੱਚੋਂ ਕੱਢ ਦਿੱਤਾ ਗਿਆ ਉਹਨਾਂ ਦੀ ਨੌਕਰੀ ਤੋਂ। ਹੋਰ ਵੀ ਬਹੁਤ ਜਿਹੜੇ ਪ੍ਰੋਮੀਨੈਂਟ ਲੋਕਾਂ ਨੇ ਇਸ ਪ੍ਰੈਸ ਨੂੰ ਦੇ ਵਿੱਚ ਲੈ ਕੇ ਆਂਦਾ ਇਸ 4 ਸਾਲ ਪਹਿਲਾਂ, ਉਹ ਸਾਰੇ ਜਿਹੜੇ ਬੰਦੇ ਬਾਹਰ ਲੈ ਕੇ ਆਉਣ ਵਾਲੇ ਸੀ, ਸਾਰਿਆਂ ਨੂੰ ਪਾਸੇ ਲਾ ਦਿੱਤਾ ਗਿਆ, ਕਿਉਂਕਿ ਜਿਹੜੀ ਲੌਬੀ ਸੀਗੀ ਉਹ ਸਾਰੀ ਦੀ ਸਾਰੀ ਕੈਪਟਨ ਅਮਰਿੰਦਰ ਸਿੰਘ ਦੇ ਥੱਲੇ ਕੰਮ ਕਰ ਰਹੀ ਸੀ, ਔਰ ਕੈਪਟਨ ਅਮਰਿੰਦਰ ਸਿੰਘ ਸੈਂਟਰ ਦੇ ਥੱਲੇ ਕੰਮ ਕਰ ਰਿਹਾ ਸੀਗਾ, ਕਿਉਂਕਿ ਉਹਨੂੰ ਆਪਣੀਆਂ ਉਹ ਚਾਹੀਦੀਆਂ ਸੀਗੀਆਂ ਪਰਮਿਸ਼ਨਾਂ ਰੂਸਾ ਆਲਮ ਨੂੰ ਰੱਖਣ ਵਾਸਤੇ ਇੱਥੇ। ਤਾਂ ਬਹੁਤ ਕੁਛ ਜਿਹੜਾ ਹੈਗਾ ਇਹ ਚੀਜ਼ਾਂ ਜਿਹੜੀਆਂ ਹੁਣ ਘੁੰਮ ਕੇ ਆਉਂਦੀਆਂ, ਤਾਂ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਜਿਹੜੇ ਜਸਟਿਸ ਸੂਰਿਆਕਾਂਤ ਵਰਗੇ ਬੰਦੇ ਆ, ਇਹਨਾਂ ਨੇ ਸਭ ਤੋਂ ਵੱਧ ਜਿਹੜੀ ਧੋਖਾਧੜੀ ਕੀਤੀ ਹੈ। ਚੀਫ ਜਸਟਿਸ ਬਣਿਆ, ਸੁਪਰੀਮ ਕੋਰਟ ਚਲਾ ਗਿਆ, ਦੁਬਾਰਾ ਹੁਣ ਮੌਕਾ ਮਿਲਿਆ ਸੀ, ਉੱਥੋਂ ਵੀ ਰੈਸਕਿਊ ਕਰ ਲਿਆ ਆਪਣੇ ਆਪ ਨੂੰ। ਉਸ ਤੋਂ ਬਾਅਦ 5 ਸਾਲਾਂ ਦੀਆਂ ਇਹ ਰਿਪੋਰਟਾਂ ਰੁਲਦੀਆਂ ਫਿਰਦੀਆਂ। ਇੱਥੇ ਇੱਕ ਤਵਾੜੀ ਨਾਮ ਦਾ ਜ਼ਿਕਰ ਕੀਤਾ ਸੀ ਭਾਈ ਸਾਹਿਬ ਨੇ, ਉਹ ਜਿਹੜਾ ਕਜ਼ਨ MP ਹੈਗਾ, ਤੇ ਉਹ ਆਪ ਮਤਲਬ ਇੱਧਰ ਹੈਗੇ, ਇੱਕ ਪਾਸੇ MP ਹੈ, ਇੱਕ ਪਾਸੇ ਸਾਰਾ ਟੱਬਰ ਇਸ ਤਰ੍ਹਾਂ ਤੁਰਿਆ ਹੋਇਆ। ਉਸ ਬੰਦੇ ਨੇ 1.5 ਸਾਲ ਕੇਸ ਰੱਖ ਕੇ ਕੇਸ ਵਾਪਸ ਕਰ ਦਿੱਤਾ। 1.5 ਸਾਲ ਫਿਰ ਕਿਉਂ ਰੱਖਿਆ ਸੀਗਾ? ਹੁਣ ਉਹਨੇ ਕਿਉਂ ਅਸਤੀਫਾ ਦਿੱਤਾ? ਕਿੰਨੇ ਦਿਨ ਪਹਿਲਾਂ ਅਸਤੀਫਾ ਦਿੱਤਾ? ਕੁਛ ਦਿਨ ਪਹਿਲਾਂ, 31 ਨੂੰ ਜਾਂ ਕਦੇ ਰਿਟਾਇਰਮੈਂਟ ਆ ਉਹਦੀ। ਹੁਣ ਅਸਤੀਫਾ ਦੇ ਕੇ ਇਸ ਪਿੱਛੇ, ਕਿਉਂਕਿ ਕੱਲ ਨੂੰ ਪ੍ਰੈਕਟਿਸ ਕਰਨੀ ਹੈ, ਕੱਲ ਨੂੰ ਹੋਰ ਚੇਅਰਮੈਨ ਬਣਨੇ ਆ। ਆਹ ਤਾਂ ਭੁੱਖ ਹੈ ਇਹਨਾਂ ਦੀ, ਇਹ ਤਾਂ ਲਸਟ ਆਫ ਪਾਵਰ ਹੈ, ਜਿਹੜੇ ਮਰਦ ਤੱਕ ਇਹਨਾਂ ਦੇ ਛੱਡਦਾ ਹੀ ਨਹੀਂ। ਤਾਂ ਇਸ ਕਰਕੇ ਇਹ ਜਿਹੜਾ ਇਹ ਰਾਮ ਕਹਾਣੀ ਸਟਾਰਟ ਹੋਈ ਸੀਗੀ, ਉਹ ਕੇਸ ਜਿਹੜਾ ਰਜਿਸਟਰ ਨਹੀਂ ਹੋਇਆ। ਹਾਲਾਤ ਇਹ ਬਣ ਗਏ, ਜਿਹੜੀਆਂ ਰਿਪੋਰਟਾਂ ਸੀਗੀਆਂ ਅੱਜ ਤੱਕ ਬੰਦ ਪਈਆਂ। ਅਸੀਂ ਇਹ ਰਿਪੋਰਟਾਂ ਨੂੰ ਖੋਲ੍ਹਣ ਵਾਸਤੇ ਕਿਹਾ ਸੀ ਕਿ 3 ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਰਿਪੋਰਟਾਂ ਖੋਲ੍ਹੋ, ਨਹੀਂ ਤਾਂ ਅਸੀਂ ਜਿਹੜਾ ਇਹਨੂੰ ਡਿਸਕਲੋਜ਼ ਕਰਾਂਗੇ। ਹੁਣ ਸਰਕਾਰਾਂ ਕੀ ਕਰਦੀਆਂ? ਸਰਕਾਰਾਂ ਟਾਈਮ ਲੈਂਦੀਆਂ। ਹੋਰ ਅਸੀਂ ਆਏ ਹਾਂ ਪਹਿਲਾਂ। ਸਰਕਾਰ ਦੇ ਟਾਈਮ ਲੈਣ ਦੀ ਗੱਲ ਆਪਾਂ ਉਹ ਕਰ ਲੈਂਦੇ ਹਾਂ ਕਿ ਪਿੱਛੇ ਜੇ ਸੰਧਵਾ ਸਾਹਿਬ ਗਏ ਸੀ ਬਰਗਾੜੀ ਤੇ 1.5 ਮਹੀਨੇ ਦਾ ਟਾਈਮ ਲੈ ਆਏ ਵੀ ਅਸੀਂ ਸਭ ਕੁਝ ਠੀਕ ਕਰ ਦਿਆਂਗੇ। 1.5 ਮਹੀਨੇ ਟੱਪ ਹੀ ਜਾਣਾ ਸੀਗਾ, ਤੇ ਇਹਨਾਂ ਨੂੰ ਤਾਂ ਹੁਣ ਉਹਦੇ ਬਾਅਦ ਬੇਸ਼ਰਮੀ ਨਾਲ ਉਸ ਪਾਸੇ ਕਦੇ ਮੂੰਹ ਨਹੀਂ ਕੀਤਾ। ਤੇ ਕੱਲ੍ਹ ਇਹਨਾਂ ਦਾ ਫਿਰ ਇੱਕ ਜਿਹੜਾ ਉਹ ਥੋੜ੍ਹਾ ਜਿਹਾ ਬਣਾਇਆ ਨੇ ਮੰਤਰੀ, ਉਹ ਕੁਲਦੀਪ ਸਿੰਘ ਧਾਲੀਵਾਲ, ਉਹ ਉੱਥੇ ਪਹੁੰਚਿਆ ਹੋਇਆ ਸੀਗਾ, ਤੇ ਮੈਂ ਸੁਣ ਰਿਹਾ ਸੀ ਉਹਨੂੰ। ਉਹ ਕਹਿੰਦਾ ਜੀ ਇਸ ਫਰਵਰੀ ਦੇ ਮਹੀਨੇ ਦੇ ਵਿੱਚ ਅਸੀਂ ਇਹਨੂੰ ਨਿਬੇੜ ਦਿਆਂਗੇ। ਤਾਂ ਮਤਲਬ ਗੱਲ ਇਹ ਵੀ ਇਹ ਟਾਈਮ ਬਾਈ ਕਰਦੇ ਆ। ਅਸੀਂ ਟਾਈਮ ਸ਼ਾਰਟ ਵਾਲੇ ਪੈਸੇ ਲੈ ਕੇ ਆਉਂਦੇ ਹਾਂ। ਉਸ ਗੱਲ 'ਤੇ ਮੈਂ ਦੁਬਾਰਾ ਆਊਂਗਾ, ਸਾਨੂੰ ਟਾਈਮ ਘਟਾਉਣਾ ਕਿਉਂ ਪਿਆ? ਸਾਨੂੰ ਕਿਉਂ 1.25 ਮਹੀਨਾ ਪਿੱਛੇ ਆਉਣਾ ਪਿਆ? ਕਿਉਂਕਿ ਇਹ ਡਰੱਗ ਜਿਹੜੀਆਂ ਰਿਪੋਰਟਾਂ ਹੈਗੀਆਂ, ਇਹਨਾਂ ਨਾਲ ਛੇੜਛਾੜ ਕਰਨ ਦੀ ਹੁਣ ਕੋਸ਼ਿਸ਼ ਹੋ ਰਹੀ ਹੈ। ਇਹਨਾਂ ਨੂੰ ਜਿਵੇਂ ਦੱਸ ਕੇ ਗਏ ਸੀ ਸਿਉਂਕ, ਹੁਣ ਇਹਨਾਂ ਨੂੰ ਸਿਉਂਕ ਨਾ ਖਾ ਜਾਵੇ ਕਿਤੇ। ਇਸ ਕਰਕੇ ਸਾਨੂੰ ਐਡਵਾਂਸ ਵਿੱਚ ਆਉਣਾ ਪਿਆ 1.25 ਮਹੀਨਾ, ਕਿ ਕੱਲ੍ਹ ਨੂੰ ਇਹ ਨਾ ਕਹਿਣ ਕਿ ਇਹਨਾਂ ਨੂੰ ਸਿਉਂਕ ਖਾ ਗਈ ਸੀ। ਅਸੀਂ ਪਹਿਲਾਂ ਦੱਸ ਦਈਏ ਕਿ ਕੌਣ ਨਾਮ ਹੈਗੇ ਸੀਗੇ। ਤਾਂ ਉਹ ਜਿਹੜੀ ਹਾਲਾਤ ਬਣਦੇ ਆ, 15 ਤਰੀਕ ਨੂੰ ਜਿਹੜੀ ਹੈਗੀ ਆ ਰਿਪੋਰਟਾਂ ਖੁੱਲ੍ਹਣ ਦੇ ਚਾਂਸ ਹੈਗੇ ਆ, ਪਰ ਨਹੀਂ ਹੈਗੇ ਸੀ ਕਰਕੇ ਅੱਜ ਬੈਠੇ ਆ। ਸਾਨੂੰ ਲੱਗਦਾ ਰਿਪੋਰਟਾਂ 15 ਤਰੀਕ ਨੂੰ ਨਹੀਂ ਖੁੱਲ੍ਹਣਗੀਆਂ, ਪਰ ਖੋਲ੍ਹਣੀਆਂ ਪੈਣਗੀਆਂ। ਨਾ ਖੋਲ੍ਹੋਗੇ ਤਾਂ ਅਸੀਂ ਅੱਜ ਡਿਸਕਲੋਜ਼ ਕਰ ਦਿੰਦੇ ਆ। ਅਸੀਂ ਜ਼ਿੰਮੇਵਾਰੀ ਲਵਾਂਗੇ ਉਹਨਾਂ ਨਾਮਾਂ ਦੀ ਜਿਹੜੇ ਕਹਾਂਗੇ ਵੀ ਉਹਨਾਂ ਦੇ ਵਿੱਚ ਲਿਖੇ ਹੋਏ ਆ, ਪਰ ਤੁਸੀਂ 15 ਤਰੀਕ ਤੱਕ ਖੋਲ੍ਹੋ। ਜੇ 16 ਤਰੀਕ ਟਪਾਓਗੇ ਜਾਂ ਅਗਲੀ ਤਰੀਕ ਪਾਓਗੇ, ਫਿਰ ਤੁਸੀਂ ਕੀ ਬਦਲੋਗੇ? ਕੀ ਤੁਹਾਡੀ ਸਿਉਂਕ ਕੰਮ ਕਰੂਗੀ? ਕੀ ਤੁਹਾਡੇ ਤੇ ਪ੍ਰੈਸ਼ਰ ਹੋਣਗੇ? ਤੁਸੀਂ ਜਾਣਦੇ ਹੋ। ਫਿਰ ਮਤਲਬ ਜਿਹੜਾ ਇਹਦਾ ਮਤਲਬ ਹੈ ਜੋ ਅੱਜ ਸਾਜ਼ਿਸ਼ਾਂ ਚੱਲ ਰਹੀਆਂ ਉਹ ਕਾਮਯਾਬ ਹੋਣਗੀਆਂ। ਮੈਨੂੰ ਨਹੀਂ ਲੱਗਦਾ ਕਿ 15 ਤਰੀਕ ਨੂੰ ਰਿਪੋਰਟਾਂ ਖੁੱਲ੍ਹਦੀਆਂ, ਪਰ ਜੇ 15 ਨੂੰ ਰਿਪੋਰਟਾਂ ਖੁੱਲ੍ਹਦੀਆਂ ਤਾਂ ਮੈਂ ਬਿਲਕੁਲ ਡਿਸਕਲੋਜ਼ ਕਰਦਾ 2 ਨਾਮ ਜਿਹੜੇ ਅੱਜ ਤੱਕ ਸਭ ਨੂੰ ਪਤਾ ਹੈ, ਜਿਨ੍ਹਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਸੀ। ਪਤਾ ਹੈ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਕਿ ਮਤਲਬ ਮੈਂ ਕਰ ਰਿਹਾ ਤੇ ਬਹੁਤ ਵੱਡੀ ਉਹ ਹੈਗੀ ਹੈ, ਸਭ ਨੂੰ ਪਤਾ ਹੈਗਾ, ਪਰ ਸਾਹਮਣੇ ਨਹੀਂ ਲੈ ਕੇ ਆ ਰਿਹਾ, ਕੋਈ ਬੋਲ ਨਹੀਂ ਰਿਹਾ ਕੋਈ। ਇਹਨਾਂ ਨੂੰ ਸੂਰਿਆਕਾਂਤ ਹੋਰਾਂ ਨੇ ਤਾਂ ਪੜ੍ਹੀ ਹੋਈ ਸੀ ਰਿਪੋਰਟ, ਮੈਂ ਗੱਲ ਜਿਹੜੀ ਜ਼ਿਕਰ ਕਰ ਰਿਹਾ ਸੀ, ਉਹਨੇ ਉਹ ਨਾਮ ਪੜ੍ਹੇ ਹੋਏ ਆ। ਇਹ ਅੱਜ ਤੱਕ ਕਿਉਂ ਚੁੱਪ ਹੈਗੇ? ਉਸ ਤੋਂ ਬਾਅਦ 5 ਸਾਲ ਜਿਹੜੇ ਹੈਗੇ ਆ, ਉਹ ਡਰੱਗ ਦਾ ਜਿਹੜਾ ਵਪਾਰ ਚੱਲਿਆ, ਪੰਜਾਬ ਦਾ ਜੋ ਨੁਕਸਾਨ ਹੋਇਆ, ਜੋ ਪੰਜਾਬ ਦੀ ਬਰਬਾਦੀ ਹੋਈ, ਉਹਦਾ ਸੂਰਿਆਕਾਂਤ ਵੀ ਬਰਾਬਰ ਦਾ ਜ਼ਿੰਮੇਵਾਰ ਹੈਗਾ। ਇਕੱਲੇ ਇਹਨਾਂ ਨੂੰ ਆਪਾਂ ਗਿਣੀ ਨਾ ਜਾਈਏ, ਜਿਹੜੇ ਪੋਲੀਟੀਸ਼ੀਅਨ ਹੈਗੇ ਆ। ਬਿਊਰੋਕਰੇਟ ਬਹੁਤ ਵੱਡਾ ਜ਼ਿੰਮੇਵਾਰ ਹੈ, ਔਰ ਜਿਹੜਾ ਅਫੀਸਰ ਸਾਡੇ IPS ਜਿਹੜੇ ਹੈਗੇ ਉਹ ਜ਼ਿੰਮੇਵਾਰ ਹੈ, ਔਰ ਈਵਨ ਜੁਡੀਸ਼ਰੀ ਜਿਹੜੀ ਡਾਇਰੈਕਟਲੀ ਜ਼ਿੰਮੇਵਾਰ ਹੈ, ਜਿਹਦੇ ਸਭ ਤੋਂ ਵੱਡਾ ਦੋਸ਼ੀ ਸੂਰਿਆਕਾਂਤ ਹੈਗਾ। ਤਾਂ ਉਹ 2 ਨਾਮ ਜਿਹੜੇ ਹੈਗੇ ਆ ਉਹ ਮੈਂ ਦੱਸਦਾ, ਪਰ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਉਸ ਤੋਂ ਪਹਿਲਾਂ ਡਿਸਕਲੋਜ਼ ਹੋਰ ਕਰਦੇ ਹਾਂ। ਜਦੋਂ ਇਹ ਜਿਹੜਾ ਕੇਸ ਸੀਗਾ ਦਰਜ ਕਰਨ ਵਾਸਤੇ ਆਇਆ ਸੀਗਾ 17 ਦੇ ਵਿੱਚ, ਜਿਹੜਾ ਮੈਂ ਗੱਲ ਕੀਤੀ, ਬਾਅਦ ਵਿੱਚ ਜਿਹੜਾ ਹੁਣ 21 'ਚ ਹੋਇਆ, ਉਹ ED ਦੇ ਜਿਹੜੇ ਡਾਇਰੈਕਟਰ ਹੈ ਨਿਰੰਜਨ ਸਿੰਘ, ਉਹਨਾਂ ਦੇ ਮਤਲਬ ਰਿਪੋਰਟ ਸੀਗੀ, ਜਿਨ੍ਹਾਂ ਨੂੰ ਕਿ ਹਰਪ੍ਰੀਤ ਸਿੱਧੂ ਨੇ ਇੰਡੋਰਸ ਕਰਤਾ ਵੀ ਇਹ ਬਿਲਕੁਲ ਕਰੈਕਟ ਹੈਗੀ ਹੈ। ਤੇ ਉਹਦੇ ਤੇ ਆਰਡਰ ਹੋ ਗਿਆ ਕਿ ਇਹਦੇ ਤੇ ਬਣਦੀ ਕਾਰਵਾਈ ਕਰਕੇ ਕੇਸ ਰਜਿਸਟਰ ਕੀਤਾ ਜਾਵੇ। ਤਾਂ ਜਿਹਦੇ ਤੇ ਮੈਂ ਤੁਹਾਨੂੰ ਦੱਸਿਆ ਸੀ ਐਫੀਡੇਵਿਟ ਲੱਗੇ। ਹੁਣ ਹੋਇਆ ਕਿਵੇਂ? ਉਸ ਤੋਂ ਬਾਅਦ ਟਾਈਮ ਚਲਾ ਗਿਆ। ਉਸ ਤੋਂ ਬਾਅਦ ਚੰਨੀ ਸਰਕਾਰ ਜਿਹੜੀ ਆਉਂਦੀ ਹੈ, ਤਾਂ ਚੰਨੀ ਸਰਕਾਰ ਨੂੰ ਆਕਸੀਜਨ ਦੀ ਲੋੜ ਸੀ। ਉਹਨਾਂ ਨੇ ਵੇਖਿਆ ਵੀ ਹੁਣ ਹੋਰ ਕੀ ਕੀਤਾ ਜਾ ਸਕਦਾ। ਉਹਨਾਂ ਨੇ ਵੇਖਿਆ ਵੀ ਮਜੀਠੀਏ ਤੇ ਪਰਚਾ ਦਰਜ ਹੋ ਸਕਦਾ ਹੈ, ਕਿਉਂਕਿ ਉਹ ਕੇਸ ਦੱਬੇ ਪਏ ਸੀਗੇ। ਤਾਂ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਦੁਬਾਰਾ ਪਟਿਆ। ਜਿਹੜੇ ਇੱਥੇ DGP ਲਗਾਏ ਗਏ ਸੀਗੇ ਸਹੋਤਾ ਸਾਹਿਬ, ਉਹਨਾਂ ਦੀ ਡਿਊਟੀ ਲਾਈ ਗਈ ਵੀ ਇਹ ਕੇਸ ਰਜਿਸਟਰ ਕਰੋ ਜੀ। ਤਾਂ ਸਹੋਤਾ ਸਾਹਿਬ ਇੰਨੇ ਮਤਲਬ ਉਹ ਅਫਸਰ ਨਹੀਂ ਗਿਣੇ ਜਾਂਦੇ ਜਿੰਨੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਸਟਰੋਂਗ ਹੋਣ, ਜਾਂ ਮਤਲਬ ਜਿਸ ਤਰ੍ਹਾਂ ਦਾ ਕੋਈ ਬੈਕਗਰਾਊਂਡ ਉਹਨਾਂ ਦੀ ਹੋਵੇ। ਉਹਨਾਂ ਨੇ ਟਰਾਈ ਕੀਤੀ,
ਉਹਨਾਂ ਨੇ ਉਹ ਕੇਸ ਨੂੰ ਦੁਬਾਰਾ ਜਿਹੜਾ ਚੱਕ ਕੇ ਜਿਹੜਾ ਉਸ ਸਮੇਂ ਦੇ BOE ਦੇ ਇੰਚਾਰਜ ਸੀ ਮਿਸਟਰ SK ਅਸਥਾਨਾ, ਬੜਾ ਹੀ ਡਿਫਰੈਂਟ ਕਰੈਕਟਰ ਦਾ ਆਦਮੀ, ਉਹਦੇ ਬਾਰੇ ਅੱਜ ਮੌਕਾ ਨਹੀਂ ਉਸ ਬਾਰੇ ਮੈਂ ਡਿਟੇਲ ਜਾਣਦਾ ਕਿ ਉਹ ਅਫਸਰ ਕੀ ਹੈ। ਉਹ ਛੁੱਟੀ ਲੈ ਕੇ ਭੱਜ ਗਿਆ ਕਿਉਂਕਿ ਮਜੀਠੀਆ ਬਾਰੇ ਲਿਖਣ ਕੇ ਲੈਣਾ ਪੈਣਾ ਸੀ ਤੇ ਥੱਲੇ ਜਿਹੜੇ ਸਾਈਨ ਕਰਨੇ ਪੈਣੇ ਸੀ। ਉਹ ਛੁੱਟੀ ਲੈ ਕੇ ਭੱਜ ਗਿਆ। ਉਹ ਛੁੱਟੀ ਲੈ ਕੇ ਭੱਜਿਆ ਜਦੋਂ, ਤੇ ਫਿਰ DGP ਤੋਂ ਇਹ ਗੱਲ ਬਣੀ ਨਾ, ਫਿਰ ਸਿਧਾਰਥ ਚਟੋਪਾਧਿਆਏ ਨੂੰ ਜਿਹੜਾ DGP ਲਾਇਆ ਗਿਆ। ਸਿਧਾਰਥ ਚਟੋਪਾਧਿਆਏ ਨੇ ਇਹ ਬਹੁਤ ਵੱਡੀ ਹਿੰਮਤ ਕਰਕੇ ਅੱਜ ਜੇ ਅਸੀਂ ਬੈਠ ਕੇ ਇਸ 'ਤੇ ਡਿਸਕਲੋਜ਼ ਕਰ ਰਹੇ ਹਾਂ ਤਾਂ ਉਹ ਬੰਦਿਆਂ ਦੇ ਕੁਝ ਰੋਲ ਹੈਗੇ ਵੀ ਹੈ ਜਿਨ੍ਹਾਂ ਦੇ ਕਰਕੇ ਅੱਜ ਇਹ ਚੀਜ਼ਾਂ ਚੱਲ ਰਹੀਆਂ। ਮੈਂ ਉਹਨਾਂ ਨੂੰ ਕੋਈ ਉਹਨਾਂ ਦੀ ਤਾਰੀਫ 'ਚ ਨਹੀਂ ਗੱਲ ਕਰ ਰਿਹਾ, ਮੈਂ ਸਿਰਫ ਇਸ ਵਿਸ਼ੇ 'ਤੇ ਗੱਲ ਕਰ ਰਿਹਾ। ਉਹ ਕਿਸ ਕਾਰਨ ਕਰਕੇ ਵੀ ਰਿਪੋਰਟ ਆਈ, ਉਹ ਅੱਜ ਜਿਹੜੀ ਹੈਗੀ ਅਸੀਂ ਜਿਹੜੀ ਹੈ ਗੱਲ ਕਰਨ ਵਾਸਤੇ ਜਿਹੜੇ ਬੈਠੇ ਆ ਲੋਕਾਂ ਤੱਕ, ਉਹ ਉਸ ਕੇਸ ਰਜਿਸਟਰ ਹੋਣ ਕਰਕੇ ਆਈ, ਨਹੀਂ ਤਾਂ ਕਦੇ ਆਉਣੀ ਨਹੀਂ ਸੀਗੀ। ਉਹਨਾਂ ਨੇ ਉਹ ਰਿਪੋਰਟ ਕਢਵਾ ਕੇ ਉਹਦੇ 'ਤੇ ਆਰਡਰ ਕੀਤੇ ਕੇਸ ਰਜਿਸਟਰ ਕਰਨ ਦੇ। ਉਹ ਕੇਸ ਦਰਜ ਹੋਇਆ। ਉਸ ਤੋਂ ਬਾਅਦ ਉਹਦਾ ਪੋਲੀਟੀਕਲ ਜਿਹੜਾ ਮਾਈਲੇਜ ਲਈ ਗਈ, ਮਜੀਠੀਆ ਨੂੰ ਅੰਦਰ ਦਿੱਤਾ ਗਿਆ। ਹਾਲਾਂਕਿ ਮਿਲਿਆ ਕੁਛ ਨਹੀਂ ਇਹਨਾਂ ਨੂੰ ਉਸ ਘਟਨਾ ਦਾ ਵੀ। ਉਦੋਂ ਬਾਅਦ 5-6 ਮਹੀਨੇ ਬਾਅਦ ਉਹਨਾਂ ਨੂੰ ਫਿਰ ਜਿਹੜਾ ਜਿਸ ਤਰੀਕੇ ਨਾਲ ਜ਼ਮਾਨਤਾਂ ਮਿਲੀਆਂ, ਉਹ ਵੀ ਇੱਕ ਸ਼ਰਮ ਤੇ ਚਿੰਤਾ ਦੀ ਗੱਲ ਹੈ ਹਾਈ ਕੋਰਟ ਵਾਸਤੇ। ਕਿਵੇਂ ਬਿਕ ਕੇ ਇਹਨਾਂ ਨੇ ਜਿਹੜੀਆਂ ਉਹ ਜ਼ਮਾਨਤਾਂ ਦਿੱਤੀਆਂ, ਕਿਵੇਂ ਐਡਾ ਵੱਡਾ ਐਵੀਡੈਂਸ ਪਿਆ ਸੀ ਉਹਨੂੰ ਇਗਨੋਰ ਕਰਕੇ ਜ਼ਮਾਨਤਾਂ ਦਿੱਤੀਆਂ ਮਜੀਠੇ ਵਰਗੇ ਬੰਦਿਆਂ ਨੂੰ। ਕਿਉਂਕਿ ਜਦੋਂ ਸਰਕਾਰ ਬਦਲ ਕੇ ਆਉਣ ਤੋਂ ਪਹਿਲਾਂ ਹੀ ਜਿਹੜਾ ਭਾਵਰਾ ਨਾਮ ਦਾ ਇੱਕ DGP ਸੀ, ਅੱਜ ਬੜੀ ਤਕਲੀਫ ਆ ਉਹਨਾਂ ਨੂੰ। ਇੱਕ ਭਾਵਰਾ, ਉਹਦੀ ਵਾਈਫ ਵੀ IAS ਅਫਸਰ ਹੈ ਬੜੀ ਸੀਨੀਅਰ, ਇੱਕ ਦਿਨਕਰ ਗੁਪਤਾ ਉਹਦੀ ਵਾਈਫ ਵੀ ਜਿਹੜੀ ਚੀਫ ਸੈਕਟਰੀ ਰਹੀ ਹੈ। ਇਹ ਸਾਰੇ ਲੋਕ ਜਿਹੜੇ ਹੈ ਇਹਨਾਂ ਦੇ ਬਿਮਾਰ ਹੋਏ, ਇਹਨਾਂ ਦੀ ਤਕਲੀਫ ਹੋਈ ਵੀ ਹੈ। ਉਹਨੂੰ ਪਤਾ ਸੀ ਵੀ ਆ ਜਿਹੜਾ ਸਾਡੇ ਖਿਲਾਫ ਕੋਈ ਐਸੀ ਚੀਜ਼ ਹੋ ਨਾ ਜਾਵੇ ਜਿਹੜੀ ਅੱਜ ਵਾਪਰਨ ਜਾ ਰਹੀ ਹੈ। ਇਸ ਤੋਂ ਬਾਅਦ ਜੋ ਕਰਨਾ ਹੈ ਕਿਸੇ ਦਾ ਕਰਨ ਨਾ ਕਰਨ, ਪਰ ਲੋਕਾਂ ਤੱਕ ਇਹ ਆਵਾਜ਼ ਜਿਹੜੀ ਹੈਗੀ ਚਲੀ ਜਾਣੀ ਚਾਹੀਦੀ ਸੀ। ਤਾਂ ਉਹ ਬੰਦੇ ਨੇ, ਭਾਵਰੇ ਨੇ, ਰਿਮਾਂਡ ਹੀ ਨਹੀਂ ਲਿਆ ਐਡੇ ਵੱਡੇ ਦੋਸ਼ੀ ਦਾ, ਜਿਹਦੇ 'ਚ ਪੂਰੀ ਦੀ ਪੂਰੀ 6000 ਕਰੋੜ ਦੀ ਤਾਂ ਰਿਪੋਰਟ ਪਈ ਸੀਗੀ ਜਿਹੜੀ ਮਤਲਬ ਉਹਨਾਂ ਨੇ ਦਿੱਤੀ ਸੀ ਜਸਟਿਸ ਬੈਂਸ ਨੇ ਚੀਫ ਜਸਟਿਸ ਨੂੰ 16 ਦੀ। ਉਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈਗੀ ਕਲੀਅਰ ਕੀਤੀ ਹੋਈ ਸੀਗੀ। ਉਹ ਵੀ ਬਿਲਕੁਲ ਇਗਨੋਰ ਕਰਕੇ, ਉਹ ਚੁੱਪ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ, ਉਹਨੂੰ ਮਜੀਠੀਆ ਨੂੰ। ਤੇ ਉਸ ਤੋਂ ਬਾਅਦ 5-4 ਮਹੀਨੇ ਆਈ ਵਾਸ਼ ਕਰਕੇ ਉਹਨੂੰ ਜ਼ਮਾਨਤਾਂ ਦੇ ਦਿੱਤੀਆਂ ਗਈਆਂ। ਉਹਦੇ ਵਿੱਚ ਵੀ ਇੱਕ ਪੂਰੀ ਦੀ ਪੂਰੀ ਸਟੋਰੀ ਹੈ ਕਿ ਉਹ ਜ਼ਮਾਨਤਾਂ ਕਿਵੇਂ ਹਾਈ ਕੋਰਟ ਨੇ ਖੇਡਾਂ ਖੇਡ ਕੇ, ਕਲੀਜ਼ਾ ਗਿੱਲ ਜੱਜ ਹੈਗੀ ਹੈ, ਉਹਨੇ ਬਿਲਕੁਲ ਉਹਨੂੰ ਨਹੀਂ ਕੀਤਾ ਸੀਗਾ ਇੰਟਰਟੇਨ, ਤੇ ਸਖਤ ਆਰਡਰ ਕੀਤੇ ਸੀਗੇ। ਉਦੋਂ ਦੁਬਾਰਾ ਦਬ ਹੋਰ ਨੂੰ ਚੇਂਜ ਕਰਕੇ ਹਾਈ ਕੋਰਟ ਸੁਪਰੀਮ ਕੋਰਟ ਲੈ ਆਇਆ ਗਿਆ। ਸੁਪਰੀਮ ਕੋਰਟ ਤੋਂ ਵੱਖਰਾ ਡਬਲ ਬੈਂਚ ਕਰਕੇ ਰਿਕੁਐਸਟ, ਉਹ ਕੁਛ ਚੀਜ਼ਾਂ ਨੂੰ ਇਗਨੋਰ ਕਰਕੇ ਇੱਥੇ ਲੈ ਆਂਦਾ ਗਿਆ। ਫਿਰ ਹਾਈ ਕੋਰਟ ਦੇ ਵਿੱਚ ਇੱਥੇ ਫਿਰ ਬੈਂਚ ਬਦਲਿਆ। ਜਿਹੜਾ ਪਹਿਲਾਂ ਕੋਈ ਮਸੀਹ ਵਾਲਾ ਬੈਂਚ ਸੀਗਾ, ਉਹਨਾਂ ਦੀ ਹਿੰਮਤ ਨਹੀਂ ਪਈ, ਉਹ ਕੁਛ ਚਿਰ ਰੱਖ ਕੇ ਉਹਨਾਂ ਨੇ ਵਾਪਸ ਕਰ ਦਿੱਤਾ। ਫਿਰ ਬੜੇ ਜਿਹੜੇ ਹੋਣਹਾਰ 15-20 ਇੱਥੇ ਠੱਗ ਹੈਗੇ ਆ, ਉਹਨਾਂ 'ਚੋਂ ਸਰਵੇਸ਼ਵਰ ਠਾਕਰ ਤੇ ਇੱਕ ਹੋਰ ਸੀ ਨਾਲ, ਮੇਰਾ ਨਾਮ ਯਾਦ ਹੈ, ਉਹਨਾਂ ਨੇ ਇਹਦੀ ਬੇਸ਼ਰਮੀ ਨਾਲ ਜ਼ਮਾਨਤ ਲਈ ਮਜੀਠੀਆ ਦੀ, ਜਿਹੜਾ ਬਾਹਰ ਛੱਡਿਆ। ਉਸ ਤੋਂ ਬਾਅਦ ਜੇ ਆਪਾਂ ਅਗਲੀਆਂ ਗੱਲਾਂ ਕਰੀਏ ਇਹਨਾਂ ਦੀਆਂ ਜ਼ਮਾਨਤਾਂ ਦੀਆਂ, ਤਾਂ ਤੁਸੀਂ ਆ ਤਾਜੀ ਅਨੂਪ ਚਤਕਾਰੇ ਨੂੰ ਵੀ ਕਿਹਾ ਜਾਂਦਾ ਕਿ ਕਿਹੜੀ ਚੰਗਾ ਜੱਜ ਹੈ, ਤੇ ਪਰ ਬੇਲ ਦੇ ਦਿੰਦਾ। ਬੇਲ ਉਹਨਾਂ ਨੂੰ ਦਿਓ ਜਿਨ੍ਹਾਂ ਦੇ ਹੱਕ ਬਣਦੇ ਆ। ਬੇਲ ਡਾਕੂਆਂ ਨੂੰ ਦੇਣੀ ਹੈ, ਬੇਲ ਬਲਾਤਕਾਰੀਆਂ ਨੂੰ ਦੇਣੀ ਹੈ। ਤੁਸੀਂ ਵੇਖਿਆ ਹੋਣਾ ਸਾਰਿਆਂ ਨੇ, 2 ਦਿਨ ਪਹਿਲਾਂ ਬੈਂਸ ਜਿਹੜਾ ਹੈਗਾ ਉਹ ਨਿਕਲਿਆ ਜੇਲ੍ਹ ਦੇ ਵਿੱਚੋਂ, ਤੇ ਕਿਸ ਤਰੀਕੇ ਨਾਲ ਉਹ ਪ੍ਰਟੈਂਡ ਕਰ ਰਿਹਾ, ਕਿਸ ਤਰੀਕੇ ਨਾਲ ਉਹਨੇ ਪੋਸਟਰ ਲਵਾਏ ਹੋਏ ਆ, ਕਿਸ ਤਰੀਕੇ ਨਾਲ ਉਹ ਦੁਬਾਰਾ ਸਟੈਬਲਿਸ਼ ਹੋਣ ਦੀ ਕੋਸ਼ਿਸ਼ ਕਰ ਰਿਹਾ। ਹਾਈ ਕੋਰਟਾਂ ਦੀਆਂ ਸਾਜ਼ਿਸ਼ਾਂ ਕਰਕੇ ਇਹ ਲੋਕ ਜਿਹੜੇ ਹੈ ਦੁਬਾਰਾ ਜਨਮ ਲੈਂਦੇ ਆ। ਮਜੀਠੀਆ ਨਾਲ ਵੀ ਇਹ ਚੀਜ਼ ਵਾਪਰ ਰਹੀ ਹੈ। ਉਹ ਅੱਜ ਫਿਰ ਵਿਚਰਦਾ ਫਿਰਦਾ, ਬਾਹਰ ਮਿਲਦਾ, ਜਿਹੜਾ ਜੇਲ੍ਹਾਂ ਦੇ ਵਿੱਚ ਹੋਣਾ ਚਾਹੀਦਾ ਸੀ। ਮੈਂ ਤਾਂ ਕਹਿੰਦਾ ਉਹਨਾਂ ਡਰੱਗ ਵਾਲੇ ਜਿਹੜੇ ਦੋਸ਼ੀ ਹੈਗੇ ਉਹ ਤਾਂ ਬੰਦੂਕਾਂ ਦੇ ਅੱਗੇ ਹੋਣੇ ਚਾਹੀਦੇ ਆ। ਇੱਕ ਸਿੰਗਾਪੁਰ ਹੁੰਦਾ ਤਾਂ ਉਹਨੂੰ ਫਾਇਰਿੰਗ ਸਕੁਐਡ ਦੇ ਅੱਗੇ ਖੜੇ ਕਰ ਦਿੰਦੇ। ਕਿੱਦਾਂ ਦੇ ਇਹਨਾਂ ਨੂੰ, ਇਹਨਾਂ ਨੂੰ ਤੁਸੀਂ ਬੇਲਾਂ ਦਿੰਦੇ ਹੋ? ਇਹ ਹਾਈ ਕੋਰਟ ਹੈ, ਜਸਟ ਇਹ ਹਾਈ ਕੋਰਟਾਂ ਸਾਡੀਆਂ, ਤੁਸੀਂ ਬੇਲਾਂ ਦੇਣ ਵਾਸਤੇ ਛੜੇ ਹੋਏ ਹੋ। ਤੁਸੀਂ ਫਿਰ ਸ਼ਾਮ ਸੁੰਦਰ ਅਰੋੜੇ ਨੂੰ ਵੀ ਦੇ ਦਿਓ, ਤੁਸੀਂ ਆਸ਼ੂ ਨੂੰ ਵੀ ਬਾਹਰ ਕੱਢ ਦਿਓ, ਤੁਸੀਂ ਧਰਮਸੋਤ ਨੂੰ ਵੀ ਕੱਢ ਦਿਓ, ਹੋਰ ਜਿਹੜੇ ਆਉਣੇ ਉਹਨਾਂ ਨੂੰ ਵੀ ਦਿਓ। ਇਹਨਾਂ ਦਾ ਧੰਦਾ ਬਣਾ ਲਿਆ ਇਹਨਾਂ ਨੇ। ਤੇ ਇਹਨਾਂ ਨੇ ਆਪਣੀ ਬੇਹਯਾਈ ਜਿਹੜੀ ਹੋ ਰਹੀ ਹੈ, ਜਿਵੇਂ ਛੋਟੇ ਵੀਰ ਦਾਊ ਨੇ ਨਾਮ ਲੈ ਕੇ ਬੋਲੇ ਆ, ਇਸ ਤੋਂ ਬਾਅਦ ਹੋਰ ਕੀ ਕਰਨਗੇ ਲੋਕ? ਇਸ ਤੋਂ ਬਾਅਦ ਕੀ ਹੋਰ ਇੱਕ ਕਹਾਉਣਾ ਚਾਹੁੰਦੇ ਆ? ਅਸੀਂ ਕਹਿੰਦੇ ਹਾਂ ਅਸੀਂ ਤੁਹਾਨੂੰ ਇਨਸਾਫ ਵਾਸਤੇ ਮਜਬੂਰ ਕਰਾਂਗੇ। ਤੁਸੀਂ ਬਿਲਕੁਲ ਸਾਡੇ ਨੌਕਰ ਹੈਗੇ ਹੋ, ਤੁਸੀਂ ਕੋਈ ਮਾਈ ਲਾਟ ਨਹੀਂ ਹੈਗੇ। ਤੁਸੀਂ ਸਾਡੇ ਤਨਖਾਹਾਂ ਲੈ ਕੇ ਸਾਡੇ 'ਤੇ ਰਾਜ ਕਰ ਰਹੇ ਹੋ ਔਰ ਸਾਡੇ ਨੂੰ ਇਨਸਾਫ ਦੇਣ ਤੋਂ ਇਨਕਾਰ ਕਰਦੇ ਹੋ। ਇਹ ਇਨਸਾਫ ਲਏ ਜਾਂਦੇ ਰਹੇ ਆ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਆ। ਪਹਿਲਾਂ ਵੀ ਇਹ ਚੀਜ਼ਾਂ ਚੱਲੀਆਂ ਤੇ ਗਾਂ ਵੀ ਚੱਲਣਗੀਆਂ। ਤਾਂ ਜਿਹੜੀ ਹਾਈ ਕੋਰਟ ਹੈ ਜਾਗ ਜਾਵੇ, ਠੀਕ ਹੈ। ਇੱਥੇ ਕੋਈ ਰਿਕੁਐਸਟ ਨਹੀਂ ਕਰ ਰਿਹਾ ਇਹਨਾਂ ਨੂੰ। ਇਹਨਾਂ ਦੇ ਜਿਵੇਂ ਪੋਲੀਟੀਕਲ ਬੰਦੇ ਅੱਜ ਦੀ ਡੇਟ ਵਿੱਚ ਲੋਕ ਨਹੀਂ ਵੜਨ ਦਿੰਦੇ ਤੇ ਕੁਐਸਚਨ ਕਰਦੇ, ਤੇ ਆਉਣ ਵਾਲੇ ਸਮੇਂ ਵਿੱਚ ਵੱਟੇ ਮਾਰਨਗੇ ਇਹਨਾਂ ਜੱਜਾਂ ਦੀਆਂ ਕਾਰਾਂ ਦੇ ਉੱਤੇ ਵੀ। ਇਹਨਾਂ ਦੇ ਸ਼ੀਸ਼ੇ ਲੋਕ ਭੰਨਣਗੇ ਜੇ ਇਹਨਾਂ ਨੇ ਇਹੀ ਹਾਲਾਤ ਜਿਹੜੇ ਹੈਗੇ ਆ ਬਣਾਈ ਰੱਖੇ, ਜੇ ਐਵੇਂ ਹੀ ਸ਼ੈਲਟਰ ਕਰਦੇ ਰਹੇ ਲੋਕਾਂ ਨੂੰ। ਤਾਂ ਸੋ ਜੋ ਅੱਜ ਦੀ ਮੇਨ ਗੱਲ ਸੀ ਉਹਦੇ ਮੈਂ ਵਾਪਸ ਆਉਣਾ ਕਿ ਜਿਹੜੇ 2 ਨਾਮ ਹੈਗੇ, ਜਿਹੜੇ ਸਭ ਲੋਕਾਂ ਨੂੰ ਪਤਾ ਹੈਗੇ, ਜਿਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ। ਪਤਾ ਸਿਰਫ ਉਹਨਾਂ ਨੂੰ ਨਹੀਂ ਹੈ, ਜਿਨ੍ਹਾਂ ਨੂੰ ਨਹੀਂ ਪਤਾ ਤੇ ਜਾਂ ਜੇ ਲੱਗ ਵੀ ਜਾਊਗਾ ਤਾਂ ਉਹ ਕੀ ਕਰਨਗੇ। ਪਰ ਫਿਰ ਵੀ ਅੱਜ ਤੋਂ ਬਾਅਦ ਇਹ ਡੋਮੇਨ ਦੇ ਵਿੱਚ ਹੋਣਗੇ। ਉਹ ਨਾਮ ਹੈਗੇ ਆ ਸੁਰੇਸ਼ ਅਰੋੜਾ, ਜਿਹੜਾ ਸਾਡਾ ਬਿਲਕੁਲ ਪ੍ਰੈਜ਼ੈਂਟਲੀ ਸੂਚਨਾ ਕਮਿਸ਼ਨਰ ਹੈ ਔਰ ਸਾਡਾ ਫਾਰਮਰ DGP ਹੈ, 4 ਸਾਲ DGP ਰਿਹਾ। ਬਹੁਤ ਵੱਡਾ ਨੈਕਸਸ ਇੱਕ ਜਿਹੜਾ ਅਸੀਂ ਜਦੋਂ 90 'ਚ ਭਰਤੀ ਹੋਏ ਸੀ, ਮੇਰਾ SSP ਸੀਗਾ,
ਉਦੋਂ ਤੋਂ ਜਾਣਦੇ ਹਾਂ ਕਿ ਡਰੱਗ ਦੇ ਨੈਕਸਸ ਪਹਿਲਾਂ ਹੈਰੋਇਨ ਵਿਕਦੀ ਹੁੰਦੀ ਸੀ, ਜਿਹੜਾ ਜਦੋਂ ਇਹ ਸਿੰਥੈਟਿਕ ਡਰੱਗ ਤਾਂ ਮਜੀਠੀ ਹੋਰੀ 2006 'ਚ ਲੈ ਕੇ ਆਏ ਆ। ਉਸ ਤੋਂ ਪਹਿਲਾਂ ਦੇ ਜਿਹੜੇ ਨੈਕਸਸ ਚੱਲਦੇ ਆ, ਇਹਨਾਂ ਦਾ ਕਿਵੇਂ ਕਿਵੇਂ ਰੋਲ ਰਿਹਾ, ਇਹਨਾਂ ਨੇ ਕਿਵੇਂ ਕਿਵੇਂ ਪਾਲੇ ਆ ਉਹਦੇ ਵਿੱਚੋਂ ਲੋਕਾਂ ਨੂੰ, ਕਿਸ ਤਰੀਕੇ ਨਾਲ ਮਤਲਬ ਇੱਕ ਪੂਰੇ ਦਾ ਪੂਰਾ ਸੈਟਅਪ ਜਿਹੜਾ ਹੈਗਾ, ਜਿਹਦੇ ਵਿੱਚੋਂ ਇੱਕ ਪਾਰਟ ਨੰਗਾ ਹੋਇਆ ਇੰਦਰਜੀਤ ਤੇ ਰਾਜਜੀਤ ਹੋਰਾਂ, ਹੋਰ ਵੀ ਪਾਰਟ ਵੱਡੇ ਹੈਗੇ ਆ ਜਿਨ੍ਹਾਂ ਵਾਸਤੇ ਸਾਨੂੰ ਪਤਾ ਸੀ ਕਿ ਜਦੋਂ ਅਸੀਂ ਇਹ ਬੋਲਾਂਗੇ ਤਾਂ ਸਾਡੇ ਨਾਲ ਪਤਾ ਨਹੀਂ ਕੀ ਕਰਨਗੇ। ਤਾਂ ਸੁਰੇਸ਼ ਅਰੋੜਾ ਜਿਹੜਾ ਹੈਗਾ, ਬਿਲਕੁਲ ਉਹਦਾ ਨਾਮ ਇਹਨਾਂ ਰਿਪੋਰਟਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਛਪਿਆ ਹੋਇਆ। ਜਿਹੜੀ ਹੈਗੀ ਹੈ ਸਿਧਾਰਥ ਚੱਟੋਪਾਧਿਆਏ ਦੀ ਲਾਸਟ ਰਿਪੋਰਟ ਹੈਗੀ ਹੈ, ਜਿਹਦੇ 'ਚ ਸਾਈਨ ਕਰਨ ਦੀ ਹਿੰਮਤ ਨਹੀਂ ਹੋਈ ਸੀ ਨਾ ਕੁੰਵਰ ਵਿਜੇ ਵਰਗਿਆਂ ਦੀ। ਤੇ ਦੂਸਰਾ ਨਾਮ ਹੈਗਾ ਦਿਨਕਰ ਗੁਪਤੇ ਦਾ, ਜਿਹੜਾ ਸਭ ਤੋਂ ਸਟਰੋਂਗੈਸਟ ਜਿਹੜਾ ਕੌਪ ਹੈਗਾ ਸਾਡੀ ਇੰਡੀਆ ਦਾ। ਮੈਂ ਨਹੀਂ ਕਹਿੰਦਾ ਕਿ ਦੁਨੀਆ ਦਾ ਇਸ ਤੋਂ ਵੱਡਾ ਮੂਰਖ ਵੀ ਹੋਊਗਾ ਜਿਹੜਾ ਐਡਾ ਵੱਡਾ ਡਿਸਕਲੋਜ਼ਰ ਕਰ ਰਿਹਾ। ਇਸ ਤੋਂ ਵੱਧ ਕੋਈ ਖਤਰੇ ਵੱਡੀ ਗੱਲ ਹੋ ਸਕਦੀ ਜਿਹੜੀ ਅੱਜ ਮੈਂ ਤੁਹਾਡੇ ਸਾਹਮਣੇ ਕਰ ਰਿਹਾ। NIA ਦਾ ਚੀਫ DGP ਆਫ ਇੰਡੀਆ ਤੁਹਾਡਾ ਦੋਸ਼ੀ ਹੈ ਪੰਜਾਬ ਦੇ ਜਿਹੜੇ ਡਰੱਗ ਜਿਹੜੀ ਵਿਕੀ ਹੈ ਉਹਦੇ ਵਿੱਚ, ਬਿਲਕੁਲ ਉਹ DGP ਦੀ ਰਿਪੋਰਟ ਦੇ ਵਿੱਚ ਦੋਸ਼ੀ ਹੈਗਾ। ਔਰ ਇਹ ਅਗਲੀ ਗੱਲ ਹੈ ਕਿ ਬਿਲਕੁਲ ਇਹ ਇੱਕ ਸਟਾਰਟ ਹੋਣਾ ਹੈ, ਇਹ ਜਦੋਂ ਖੁੱਲੂਗਾ ਇੱਕ ਸ਼ੁਰੂਆਤ ਹੋਣੀ ਹੈ। ਉਹਦੇ ਵਿੱਚ ਜਿਹੜੇ ਨਾਮ ਆਉਣੇ ਆ, ਉਹ ਜਿਹੜੇ ADGP ਜਿਹੜੇ ਉਦੋਂ ਸੀ, ਹੁਣ DGP ਨੇ ਹਰਪ੍ਰੀਤ ਸਿੱਧੂ, ਉਹਦੀਆਂ ਰਿਪੋਰਟਾਂ ਜਦੋਂ ਖੁੱਲਣਗੀਆਂ ਉਹਦੇ ਵਿੱਚ ਭਰਤਿੰਦਰ ਚਾਲ ਆਊਗਾ, ਉਹਦੇ ਵਿੱਚ ਜਿਹੜਾ ਕੈਪਟਨ ਸੰਦੀਪ ਸੰਧੂ ਆਊਗਾ, ਉਹਦੇ ਵਿੱਚ ਅੰਕਿਤ ਬਾਂਸਲ ਨਾਮ ਦੇ OSD ਰੱਖੇ ਸੀ ਇਹਨਾਂ ਨੇ, ਆਪਣੇ ਇਹੋ ਜਿਹੇ ਮੰਡੀਰ ਇਕੱਠੀ ਕੀਤੀ ਸੀਗੀ, ਉਹ ਆਉਣਗੇ। ਅਕਾਲੀਆਂ ਦੇ ਨਾਮ ਆਉਂਦੇ ਇਹਦੇ ਵਿੱਚ। ਇੱਕ ਇਹਦਾ ਖਾਸ ਹੁੰਦਾ ਸੀਗਾ ਮਨਪ੍ਰੀਤ ਬਾਦਲ ਦਾ, ਉਸ ਤੋਂ ਬਾਅਦ ਸੁਖਬੀਰ ਦਾ ਰਿਹਾ, ਸਤਵਿੰਦਰ ਮੰਟਾ ਰੋੜਾਂ ਵਾਲੀ ਤੋਂ ਸਾਡੇ ਪਿੰਡਾਂ ਦਾ ਹੀ ਹੈਗਾ, ਰੋਜੀ ਬਰਕੰਦੀ MLA ਜਿਹੜਾ ਅੱਜ ਵੀ ਹੈਗਾ ਉੱਥੋਂ ਆਪਣੇ ਮੁਕਤਸਰ ਤੋਂ। ਇਹਨਾਂ ਦੇ ਨਾਮ ਵੀ ਉਹਨਾਂ ਰਿਪੋਰਟਾਂ ਵਿੱਚ। ਹੋਰ ਵੀ ਬਥੇਰੇ ਨਾਮ ਹੈ ਜਿਹੜੇ ਮੇਰੇ ਧਿਆਨ 'ਚ ਆਏ, ਮੈਂ ਦੱਸ ਦਿੱਤੇ ਹੈ। ਇਹ ਅੱਗੇ ਆਉਣਗੇ, ਇਹਨਾਂ ਦੇ ਵਿੱਚ ਨਹੀਂ ਰਿਪੋਰਟਾਂ ਦੇ। ਜਦੋਂ ਇਹ ਰਿਪੋਰਟਾਂ ਚੱਲਣਗੀਆਂ, ਜਦੋਂ ਇਹ ਥੰਮ ਢਹਿਣਗੇ ਵੱਡੇ, ਤੇ ਫਿਰ ਉਹ ਨਾਮ ਜਿਹੜੇ ਹੈਗੇ ਆ ਫਿਰ ਇਹਨਾਂ ਨੂੰ ਦੱਸਣੇ ਹੀ ਪੈਣਗੇ, ਕਿਉਂਕਿ ਹੁਣ ਤੱਕ ਤਾਂ ਸਾਰੀ ਗੇਮ ਉਵੇਂ ਚੱਲੀ ਜਾਂਦੀ ਹੈ ਜਿਵੇਂ ਇਹਨਾਂ ਦੇ ਮੁਤਾਬਕ ਹੈ। ਉਹ ਲੋਕ ਅੱਜ ਵੀ SSP ਦੀਆਂ ਪੋਸਟਾਂ 'ਤੇ ਬੈਠੇ ਹੈ, ਜਿਨ੍ਹਾਂ ਦੇ ਲੁੱਕਆਊਟ ਨੋਟਿਸ ਜਾਰੀ ਹੋਏ ਆ, ਜਿਨ੍ਹਾਂ ਨੂੰ ਹੁਣ ਤੱਕ ਜੇਲ੍ਹਾਂ ਵਿੱਚ ਹੋਣਾ ਚਾਹੀਦਾ ਸੀ ਜੇ ਵੇਖਿਆ ਜਾਵੇ। ਪਰ ਜੇ ਉੱਪਰਲੇ ਅਫਸਰ ਜਿਹੜੇ ਹੈਗੇ ਆ ਉਹਨਾਂ ਦੇ ਹਾਲਾਤ ਇੰਨੇ, ਫਿਰ ਥੱਲੇ ਵਾਲਿਆਂ ਨੂੰ ਕਿਉਂ ਜੇਲ੍ਹਾਂ 'ਚ ਜਾਣ, ਕਿਉਂ ਥੱਲੇ ਵਾਲੇ ਭੁਗਤਣ? ਮੈਂ ਹਮੇਸ਼ਾ ਕਹਿੰਦਾ ਹੁੰਦਾ, ਜਦੋਂ ਤੱਕ ਜੁਡੀਸ਼ਰੀ ਹਾਈ ਕੋਰਟ ਦੀ ਠੀਕ ਹੋਊਗੀ ਤਾਂ ਥੱਲੇ ਵਾਲੀ ਕੋਰਟਾਂ ਠੀਕ ਹੋ ਜਾਣਗੀਆਂ। IPS ਅਫਸਰ ਠੀਕ ਹੋਣਗੇ ਤਾਂ PPS ਅਫਸਰ ਠੀਕ ਹੋ ਜਾਣਗੇ, PPS ਹੋਣਗੇ ਤਾਂ ਪੁਲਿਸ ਠੀਕ ਹੋ ਜਾਊਗੀ। ਇਲਾਜ ਉੱਪਰ ਕਰਨ ਦੀ ਲੋੜ ਹੈ, ਜਿਹੜੀ ਦਵਾਈ ਹੈ ਉੱਪਰ ਦੇਣ ਦੀ ਲੋੜ ਹੈ। ਬਿਮਾਰੀ ਉੱਪਰ ਹੈਗੀ ਹੈ, ਥੱਲੇ ਨਹੀਂ ਹੈਗੀ। ਤਾਂ ਇਹ ਦੋ ਨਾਮ ਜਿਹੜੇ ਹੈਗੇ ਆ ਯਾਦ ਕਰ ਲਏ ਜਾਣ। ਜਿਹੜੀ ਕਾਰਵਾਈ ਸਾਡੇ ਤੇ ਬਣਦੀ ਹੈ ਹਾਈ ਕੋਰਟ ਨੇ ਕਰਨੀ ਕਰ ਲਵੇ, ਜਿਹੜੀ NRI ਨੇ IE ਨੇ ਚੁਕਾ ਕੇ ਜਿਹੜੀ ਸਾਡੇ ਗੋਲੀ ਮਰਾਉਣੀ ਇਹ ਮਰਾ ਲਵੇ। ਇਹ ਅੱਜ ਦੀ ਡੇਟ ਵਿੱਚ ਮੈਂ ਸੋਚਦਾ ਕਿ ਮੈਂ ਆਪਣੇ ਦਿਮਾਗ ਤੋਂ ਆਪਣੇ ਇੱਕ ਜ਼ਮੀਰ ਤੋਂ ਇੱਕ ਬੋਝ ਲਾਇਆ ਨਾਮ ਲੈ ਕੇ, ਇਹ ਤਾਂ ਕਿ ਕੱਲ੍ਹ ਨੂੰ ਇਹ ਨਾ ਕਹਿਣ ਕਿ ਕੋਈ ਚੀਜ਼ਾਂ ਮੇਰੇ ਨਾਲ ਦਫਨ ਹੋ ਗਈਆਂ। ਤਾਂ ਹੁਣ ਤੱਕ ਦਾ ਜੋ ਮੇਰਾ ਸਭ ਤੋਂ ਵੱਡਾ ਮੇਰੇ ਅੰਦਰ ਜਿਹੜਾ ਰਾਜ ਸੀਗਾ ਉਹ ਮੈਂ ਜ਼ਾਹਰ ਕੀਤਾ। ਠੀਕ ਹੈ, ਇਹ ਨਾਮ ਜਿਹੜੇ ਹੈਗੇ ਆ ਹੁਣ ਹਰ ਦੁਨੀਆ ਦੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਦੋਸ਼ੀ ਕੌਣ ਹੈ। ਠੀਕ ਹੈ, ਤੁਹਾਡੇ ਦੋਸ਼ੀ ਉਹ ਹੈ ਜਿਹੜੇ ਤੁਹਾਡੇ ਮਾਲਕ ਸੀ, ਰੱਖ ਹੈ, ਜਿਨ੍ਹਾਂ ਦੀ ਡਿਊਟੀ ਤੁਹਾਨੂੰ ਰਾਖੀ ਕਰਨਾ ਸੀਗੀ, ਤੁਹਾਡੇ DGP ਰਹੇ ਹੈ। ਠੀਕ ਹੈ, ਅੱਜ ਵੀ ਇਹਨਾਂ ਦੀ ਚੇਨ ਦੇ ਵਿੱਚੋਂ ਮੈਂ ਇਲਜ਼ਾਮ ਨਹੀਂ ਲਾਊਂਗਾ ਜਿਹੜਾ DGP ਆਪਣਾ ਲੱਗਿਆ ਹੋਇਆ, ਪਰ ਜੇ ਇਹ DGP ਵੀ ਠੀਕ ਕੰਮ ਕਰਦਾ ਹੁੰਦਾ ਤਾਂ ਇਹ ਰਿਪੋਰਟਾਂ ਨੂੰ ਜਾਂ ਇਸ 'ਤੇ ਐਕਸ਼ਨ ਕਰਨ ਦੀ ਕੀ ਦਿੱਕਤ ਹੈਗੀ ਹੈ? ਹਰ ਚੀਜ਼ ਜਿਹੜੀ ਅਵੇਲੇਬਲ ਪਈ ਹੈ ਤੁਹਾਡੇ 'ਤੇ, ਕਿਉਂਕਿ ਨਾਮ ਇਹਨਾਂ ਦੇ ਵੱਡੇ ਹੈ। ਇਹ ਆਪਣੀ ਚੇਨ ਨੂੰ ਹੀ ਜਿਉਂਦਾ ਰੱਖਣਾ ਚਾਹੁੰਦੇ ਆ। ਸਿਧਾਰਥ ਚੱਟੋਪਾਧਿਆਏ ਨੂੰ ਗਾਇਬ ਕਰ ਦਿੱਤਾ ਗਿਆ ਵਿੱਚੋਂ, ਕਿਉਂਕਿ ਜੇ ਉਹ DGP ਲੱਗਦਾ ਇਹਨਾਂ ਨੂੰ ਉਜਾਗਰ ਕਰ ਦਿੰਦਾ। ਦੂਜਾ ਨਾਮ ਹੁਣ ਹਰਪ੍ਰੀਤ ਸਿੰਘ ਸਿੱਧੂ ਦਾ ਹੈਗਾ, ਉਹਨੂੰ ਵੀ DGP ਲੱਗਣ ਨਹੀਂ ਦੇਣਾ ਇਹਨਾਂ ਨੇ। ਹੁਣ ਵੀ DGP ਦੀ ਪੈਨਲ ਵਿੱਚ ਉਹਦਾ ਨਾਮ ਗਿਆ ਸੀ, ਗੌਰਵ ਯਾਦਵ ਲਾਇਆ ਗਿਆ, ਕਿਉਂਕਿ ਗੌਰਵ ਯਾਦਵ ਚੇਨ ਦਾ ਹਿੱਸਾ, ਉਹ ਤਾਂ ਉਹਨੇ ਤਾਂ ਲੁਕਾਉਣਾ ਸਾਰਾ ਕੁਛ। DGP ਹੈ ਪੰਜਾਬ ਦਾ, ਮੈਂ ਤਾਂ ਇਸ ਤੋਂ ਬਾਅਦ ਕੀ ਗੱਲ ਕਰ ਸਕਦਾ ਵੀ ਇਹ ਹਾਲਾਤ ਹੈ। ਇਹ ਚੀਜ਼ਾਂ ਨੂੰ ਇਸ ਤਰ੍ਹਾਂ ਪ੍ਰੋਟੈਕਟ ਕਰਨ ਦੇ ਵਿੱਚ ਸਾਰੇ ਦੀ ਸਾਰੀ ਐਡਮਿਨਿਸਟ੍ਰੇਸ਼ਨ, IAS ਅਫਸਰ, ਹਰ ਚੀਜ਼ ਜਿਹੜੀ ਹੈਗੀ ਹੈ ਬੁਰੀ ਤਰੀਕੇ ਨਾਲ ਜੁਟੀ ਹੋਈ ਹੈ। ਅਗਲਾ ਨਿਸ਼ਾਨਾ ਇਹ ਦੱਸ ਦਿੱਤਾ ਗਿਆ, ਜੋ ਇਹ ਕਰਨਗੇ ਲੋਕਾਂ ਦੇ ਸਾਹਮਣੇ ਆਊਗਾ। IAS ਅਫਸਰ ਜਿਹੜੀ ਆ ਬਿੱਲੀ ਤੇ ਬਾਂਦਰਾਂ ਦੀ ਗੱਲ ਕੀਤੀ, ਛੋਟੇ ਭਰਾ ਨੇ, ਬਾਂਦਰਾਂ ਦੀ ਵਾਰੀ ਆ ਹੁਣ। ਜਿੰਨਾ ਚਿਰ ਬਾਂਦਰਾਂ ਨੂੰ ਅਸੀਂ ਧਿਆਨ ਨਹੀਂ ਕਰਾਂਗੇ, ਇਹਨਾਂ ਦੇ ਕੁੰਡੇ, ਇਹਨਾਂ ਦੇ ਸੰਗਲ ਨਹੀਂ ਪਾਵਾਂਗੇ, ਸਾਡਾ ਭਰਾਵੋ ਭਲਾ ਨਹੀਂ ਹੈਗਾ। ਅਗਲਾ ਟਾਰਗੇਟ ਨੀਲਮਾ ਨਾਮ ਆ ਚੁੱਕਿਆ IAS ਦਾ, ਉਹਦੇ ਨਾਲ 3-4 ਨਾਮ ਹੋਰ ਨਾਮ ਲਏ ਇਹਨਾਂ ਨੇ। ਉਹ ਸਾਰੇ ਦੇ ਸਾਰੇ ਅਗਲੀ ਸਾਡਾ ਸੰਘਰਸ਼ ਜਿਹੜਾ ਹੈਗਾ, ਅਸੀਂ 18 ਮਾਰਚ ਜਿਹੜੀ ਉਹ ਡੇਟ ਦਿੱਤੀ ਸੀਗੀ ਪਹਿਲਾਂ, ਜਿਹੜੀ ਇਸ ਅੱਜ ਦੇ ਡਿਸਕਲੋਜ਼ਰ ਵਾਸਤੇ, ਉਹ ਅਸੀਂ ਸੰਭਾਲ ਕੇ ਰੱਖੀ ਹੋਈ ਹੈ। ਉਹਦੇ ਅਸੀਂ ਜਿਹੜਾ ਅਗਲੀ ਰੂਪ ਰੇਖਾ ਅਫਸਰਾਂ ਦੇ ਖਿਲਾਫ IAS ਦੇ, ਉਹਦੇ 'ਤੇ ਗੱਲਬਾਤ ਕਰਾਂਗੇ ਵੀ ਅਗਲਾ ਕੀ ਏਜੰਡਾ ਹੋਣਾ ਚਾਹੀਦਾ, ਕਿਵੇਂ ਉਹਨਾਂ ਲੋਕਾਂ ਨੂੰ ਫੜ ਕੇ ਕਾਨੂੰਨ ਦੇ ਦਾਇਰੇ ਵਿੱਚ ਲਿਆਂਦਾ ਜਾਣਾ ਚਾਹੀਦਾ। ਜਦੋਂ IAS ਅਫਸਰ ਜੇਲ੍ਹ ਵਿੱਚ ਜਾਣ ਲੱਗ ਪਏ, ਉਦੋਂ ਇਸ ਸਟੇਟ ਦਾ ਕੁਛ ਨਾ ਕੁਛ ਹੋ ਸਕਦਾ ਹੈ। ਅਦਰਵਾਈਜ਼ ਇੱਥੇ ਕੁਛ ਵੀ ਨਹੀਂ ਹੈਗਾ। ਬਾਕੀ ਸਾਰੇ ਜਿਹੜੇ ਇਹ ਗੇਮਾਂ ਖੇਡਦੇ ਆਪਸ ਦੇ ਵਿੱਚ, 2 ਪੁਰਾਣੇ ਤੇ ਤੀਜੇ ਇਹ ਨਵੇਂ, ਇਹ ਖੇਡਾਂ ਸਾਡਾ ਕੋਈ ਭਲਾ ਨਹੀਂ ਕਰਦੀਆਂ। ਇਹਨਾਂ ਨੇ ਇਹੋ ਜਿਹਾ ਕੁਛ ਹੀ ਕਰਦਾ ਰਹਿਣਾ। ਜਦੋਂ ਇਹ ਪੋਲੀਟੀਸ਼ੀਅਨ ਕੁਰਸੀਆਂ 'ਤੇ ਬਹਿ ਜਾਂਦੇ ਆ, ਉਦੋਂ ਇਹ ਡਿਫਰੈਂਟ ਲੋਕ ਹੋ ਜਾਂਦੇ ਆ, ਪਰ ਜਿਹੜੇ ਅਸਲੀ ਜਿਹੜੇ ਦੋਸ਼ੀ ਹੈਗੇ ਆ ਉਹ ਹੈਗੇ ਆ IAS ਅਫਸਰ। ਉਹਦੇ ਵਿੱਚ ਹੀ ਜਿਹੜੇ ਹੈਗੀ ਹੈ ਪੋਲੀਟੀਸ਼ੀਅਨ ਆ ਜਾਂਦਾ, ਉਹਦੇ ਵਿੱਚ ਹੀ ਮੀਡੀਆ ਆਉਂਦਾ, ਉਹਦੇ ਵਿੱਚ ਹੀ ਤੁਹਾਡੀ ਹਾਈ ਕੋਰਟ ਆਉਂਦੀ ਹੈ। ਔਰ ਫਿਰ ਮੈਂ ਬੇਨਤੀ ਕਰਨਾ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਕਿ ਹਾਈ ਕੋਰਟ ਦੇ ਸੱਜਣ ਕੁਛ ਜੱਜ ਨੋਟ ਕਰ ਲੈਣ
ਇਹ ਕਰੈਕਟਰ ਦੇ ਵੀ ਡਾਊਨ ਲੋਕ ਨੇ, ਬੇਈਮਾਨਤਾ ਹੈਗੀ ਹੈ, ਕਰਪਸ਼ਨ ਤਾਂ ਹੈਗੀ ਹੈ, ਇਹਨਾਂ ਦੇ ਇਹੋ ਜਿਹੇ ਵੀ ਸਾਡੇ ਕੋਲ ਇਨਫੋਰਮੇਸ਼ਨਾਂ ਆ ਰਹੀਆਂ ਕਿ ਇੱਕ ਕਰੈਕਟਰ ਦੇ ਵੀ ਬਹੁਤ ਥੱਲੇ ਨੇ। ਔਰ ਮੈਂ ਵਾਰਨਿੰਗ ਕਰਦਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲੈਣ ਹਾਈ ਕੋਰਟ ਦੇ ਕੁਝ ਜੱਜ, ਕਿਤੇ ਸਾਨੂੰ ਉਵੇਂ ਧਰਨਾ ਨਾ ਲਾਉਣਾ ਪਵੇ ਜਿਵੇਂ ਬੈਂਸਾਂ ਦੇ ਖਿਲਾਫ ਅਸੀਂ ਲਾ ਕੇ ਬਲਾਤਕਾਰ ਦੇ ਕੇਸਾਂ ਦੇ ਵਿੱਚ ਬਹਿਸ ਅੰਦਰ ਕੀਤੇ ਸੀਗੇ। ਹਾਈ ਕੋਰਟ ਦਾ ਕੋਈ ਨਾ ਕੋਈ ਜੱਜ ਵੀ ਇਸ ਕੇਸ 'ਚ ਅੰਦਰ ਜਾ ਸਕਦਾ। ਅੱਜ ਤੋਂ ਆਪਣੀ ਕਰਤੂਤਾਂ ਤੇ ਨਿਗਾਹ ਮਾਰ ਲੈਣ। ਬਹੁਤ ਇਨਫੋਰਮੇਸ਼ਨ ਸਾਡੇ ਕੋਲ ਆ ਰਹੀ ਹੈ। ਸਾਡਾ ਨਿਸ਼ਾਨਾ ਪਹਿਲਾਂ IAS ਅਫਸਰ ਹੈ, ਪਰ ਜੇ ਕਿਸੇ ਨੇ ਧੱਕੇ ਨਾਲ ਫਸ ਕੇ ਮਾਈਲਾਡ ਦੇ ਅੰਦਰ ਹੋਣਾ ਹੋਇਆ ਉਹਦਾ ਵੀ ਸਵਾਗਤ ਹੈ, ਤੇ ਆਪਣੇ ਆਪ ਨਾਲ ਧਿਆਨ ਕਰਨ। ਬਹੁਤ ਬਹੁਤ ਧੰਨਵਾਦ।